ਪ੍ਰੇਮ ਸਾਹਿਤ ਸਰੋਤਾ ਜਨ ਕਥਾ ਸਰਵਣ ਕਰ ਰਹੇ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਵਡਿਆਈ ਦੇ ਬਾਬਤ। ਪ੍ਰੇਮ ਸਾਹਿਤ ਤਿਨਾਂ ਨੇ ਕਥਾ ਸਰਵਣ ਕੀਤੀ, ਹਿਰਦੇ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਹੋਰ ਵਡਿਆਈ ਜਾਣਨ ਵਾਸਤੇ ਜਿਹੜੀ ਹਿਰਦੇ ਅੰਦਰ ਲਾਲਸਾ ਉਹ ਵਧੀ ਹੈ, ਉਹ ਆਪਾਂ ਸਰਵਣ ਕਰ ਰਹੇ ਹਾਂ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਕੋਈ ਪਿਰਸ ਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਸ਼ਰੋਤਨ ਸੁਖ ਪਾਏ ਮਨ, ਕੀਨੋ ਬਹੁਰ ਸੰਦੇਹ। ਸਰੋਤਾ ਜਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਉਪਮਾ ਵਡਿਆਈ ਕਥਾ ਨੂੰ ਸੁਣ ਕਰਕੇ ਜਿੱਥੇ ਪ੍ਰੇਮ ਆਇਆ, ਹਿਰਦੇ ਅੰਦਰ ਫਿਰ ਇੱਕ ਪ੍ਰਸ਼ਨ ਉੱਠਿਆ। ਵਧੀ ਦੀ ਦੇ ਮਹਿ ਲਾਲਸਾ, ਕਥਾ ਸੁਨਨ ਪਰ ਜੇਹ। ਹਿਰਦੇ ਅੰਦਰ ਮਹਾਰਾਜ ਜੀਆਂ ਦੀ ਹੋਰ ਕਥਾ ਸੁਣਨ ਦੀ, ਹੋਰ ਵਡਿਆਈ ਸੁਣਨ ਦੀ ਜਿਹੜੀ ਅੰਦਰ ਲਾਲਸਾ ਸੀ, ਪ੍ਰੀਤੀ ਹੋਰ ਉੱਠੀ ਹੈ। ਚੌਪਈ ਅਸ ਬਿਦ ਸ਼ਰੋਤਨ ਬਚਨ ਉਚਾਰੇ। ਫਿਰ ਸਰੋਤਾ ਜਨਾਂ ਨੇ ਇਹ ਬਚਨ ਕਹੇ ਹਨ। ਸੁਨਹੁ ਕਵੀ ਇਵ ਗ੍ਰੰਥ ਮਝਾਰੇ। ਇਹ ਭਾਈ ਇਸ ਗ੍ਰੰਥ ਦੇ ਅੰਦਰ, ਹੈ ਕਵੀ ਜੀ, ਇਸ ਗ੍ਰੰਥ ਦੇ ਅੰਦਰ ਤੂੰ ਤਾਂ ਜਨਕ ਰਾਜ ਅਵਤਾਰਾ। ਇਸ ਪ੍ਰਕਾਰ ਅੰਕਿਤ ਕੀਤਾ ਕਿ ਹੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਤੂੰ ਤਾਂ ਜਨਕ ਦਾ ਅਵਤਾਰ ਹੈ। ਇਹ ਬਿਦ ਲਿਖਿਓ ਵਾਕ ਸੁਖਕਾਰਾ। ਇਹ ਜਿਹੜੇ ਸੁਖ ਦੇਣ ਵਾਲੇ ਜਿਹੜੇ ਵਾਕ ਇਹ ਅੰਕਿਤ ਕੀਤੇ ਹੋਏ ਹਨ। ਗੁਰੂ ਗ੍ਰੰਥ ਕੀ ਸਾਖੀ ਪਾਵੈ। ਜੇਕਰ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕੋਲੋਂ ਗਵਾਹੀ ਮਿਲ ਜਾਏ, ਜੇ ਕੋਈ ਅਜਿਹੀ ਗਵਾਹੀ, ਕੋਈ ਪੰਕਤੀ, ਕੋਈ ਦਰਸ਼ਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਜੇ ਸਾਨੂੰ ਮਿਲ ਜਾਵੇ, ਤੋ ਹਮਰੋ ਸੰਦੇਹ ਮਿਟਾਵੈ। ਫਿਰ ਭਾਈ ਜਿਹੜਾ ਸਾਡਾ ਸੰਦੇਹ ਹੈ ਨਾ, ਜਿਹੜਾ ਸਾਡਾ ਸ਼ੰਕਾ ਹੈ, ਸਾਡਾ ਸ਼ੰਕਾ ਮਿਟ ਜਾਏਗਾ। ਪੁਰਾਤਨ ਸਮੇਂ ਦੇ ਅੰਦਰ ਵੀ ਅੱਜ ਵੀ ਭਾਵਨਾ ਵਾਲੇ ਕੋਈ ਕਿਸੇ ਗ੍ਰੰਥ ਦੇ ਅੰਦਰ ਕਿਸੇ ਪ੍ਰਕਾਰ ਕੋਈ ਅੰਕਿਤ ਹੋਵੇਗਾ, ਸ਼ੱਕ ਹੋ ਸਕਦਾ ਹੈ। ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਇੱਕ ਓੰਕਾਰ ਤੋਂ ਲੈ ਕੇ ਸੰਪੂਰਨਤਾ 18, 10, 20 ਤੱਕ ਗੁਰੂ ਕਾ ਸਿੱਖ ਉਥੇ ਸ਼ੰਕਾ ਕੋਈ ਸੰਦੇਹ ਨਹੀਂ। ਸਤ ਹੈ ਜੋ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬੋਲ ਹਨ। ਇਹ ਕਵੀ ਜੀ ਅੰਕਿਤ ਕੀਤਾ ਹੈ। ਪਰ ਜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕੋਲੋਂ ਕੋਈ ਗਵਾਹੀ ਭਰੀ ਜਾਏ, ਕੋਈ ਪੰਕਤੀ ਦੇ ਦਰਸ਼ਨ ਹੋ ਜਾਣ, ਫਿਰ ਹੋਰ ਵੀ ਸਾਡੇ ਹਿਰਦੇ ਨੂੰ ਚੈਨ ਆਵੇ। ਜਾਂ ਕੇ ਬਚਨ ਅਮੋਲ ਅਡੋਲਾ। ਜਿਨ੍ਹਾਂ ਦੇ ਪਾਵਨ ਪਵਿੱਤਰ ਬੋਲ ਬਚਨ ਅਮੋਲਕ ਤੇ ਅਡੋਲ ਹਨ। ਸੁਖ ਦਾ ਮੰਗਲ ਮੂਲ ਅਤੋਲਾ। ਔਰ ਹਮੇਸ਼ਾ ਸਦੀਵੀ ਸੁਖ ਦੇਣ ਵਾਲੇ ਹਨ। ਸੁਨ ਕਰ ਕਵੀ ਗ੍ਰੰਥ ਕੀ ਗਾਥਾ। ਫਿਰ ਭਾਈ ਕਵੀ ਜੀਆਂ ਨੇ ਇੰਨੇ ਬਚਨ ਸੁਣ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਜਿਹੜੇ ਅੰਦਰ ਪਾਵਨ ਪਵਿੱਤਰ ਬੋਲ ਕਰ ਔਰ ਹਰਖ ਕਹਿਤ ਤਿਨ ਸਾਥਾ। ਫਿਰ ਉਹਨਾਂ ਨੂੰ ਖੁਸ਼ੀ ਦੇ ਨਾਲ, ਹਰਖ ਦੇ ਨਾਲ ਇਹ ਬਚਨ ਸਰੋਤਾ ਜਨਾਂ ਨੂੰ ਕਹੇ ਹਨ, ਜਿਹੜੇ ਪ੍ਰੇਮ ਸਹਿਤ ਜਿਨ੍ਹਾਂ ਨੇ ਪਾਵਨ ਪਵਿੱਤਰ ਬੋਲ ਸੁਣੇ ਹਨ। ਧੰਨ ਗਿਰਾ ਮਤ ਧੰਨ ਤੁਮਾਰੀ। ਕਹਿੰਦੇ ਧੰਨ ਹੈ ਤੁਹਾਡੀ ਮਤ, ਬੜੇ ਮਿੱਠੇ ਧੰਨ ਹਨ ਤੁਹਾਡੇ ਬੋਲ, ਧੰਤਾ ਯੋਗ ਹੈ ਮਤ। ਜਿਨ੍ਹਾਂ ਨੂੰ ਪਤਾ ਹੈ ਵੀ ਸਾਡਾ ਕਿਹੜੀ ਇੱਕ ਥਾਂ ਤੇ, ਕਿਸ ਇੱਕ ਜਗ੍ਹਾ ਦੇ ਉੱਪਰ ਜਿਹੜਾ ਸਾਡਾ ਸ਼ੰਕਾ ਕੇਂਦਰ ਕਿਸ ਨੂੰ ਰੱਖਿਆ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਵੀ ਜਿਸ ਥਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਤੇ ਜਿਸ ਇੱਕ ਕੇਂਦਰ ਬਿੰਦੂ ਤੇ ਆਣ ਕੇ ਸਾਰੇ ਸ਼ੰਕੇ ਖਤਮ ਹੋ ਜਾਣਗੇ। ਧੰਨ ਹੈ ਤੁਹਾਡੀ ਮਤ, ਧੰਨ ਹਨ ਤੁਹਾਡੇ ਬੋਲ। ਜਾਂ ਤੇ ਮਨ ਮੈਂ ਸਮਝ ਉਚਾਰੀ। ਜੋ ਤੁਸਾਂ ਨੇ ਇਹ ਸਮਝ ਕਰਕੇ ਬੋਲ ਕਹੇ ਹਨ। ਕਹਿਤ ਮਹਿਤ ਕੀ ਮਹਿਤ ਹੈ ਸਾਖੀ। ਹਾਂ ਭਾਈ, ਵੱਡਿਆਂ ਦੀ ਜਿਹੜੀ ਗੱਲ ਜੇ ਕੋਈ ਕੋਲੋਂ ਵੱਡਿਆਂ ਦੀ ਅਗਵਾਹੀ ਕੋਲੋਂ ਭਰੀ ਜਾਏ,
ਨਹੀਂ ਅਲਪ ਤੇ ਜਾਵਹਿ ਭਾਖੀ। ਵੱਡੇ ਜੇ ਕੋਈ ਸਾਖੀ ਭਰ ਦੇਣ ਫਿਰ ਛੋਟੇ ਭਾਵ ਉਸ ਥਾਂ ਤੇ ਛੋਟਿਆਂ ਦੇ ਬੋਲ ਨਹੀਂ, ਫਿਰ ਵੱਡਿਆਂ ਦੀ ਗੱਲ ਬਹੁਤਾ ਮਤ ਉਹ ਰੱਖਦੀ ਹੈ। ਸ਼੍ਰੀ ਨਾਨਕ ਇਤਿਹਾਸ ਪੁਨੀਤਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਗ੍ਰੰਥ ਅਨੁਸਾਰ ਕਥੀ ਮੈਂ ਰੀਤਾ। ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਵਡਿਆਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਨੁਸਾਰੀ ਹੀ ਮੈਂ ਅੰਕਿਤ ਕੀਤੀ ਹੈ। ਪੁੰਨ ਗੁਰਦਾਸ ਪਇਓ ਜੋ ਭਾਈ। ਫਿਰ ਜੋ ਸਤਿਕਾਰਯੋਗ ਭਾਈ ਗੁਰਦਾਸ ਜੀ ਹੋਏ ਹਨ, ਕਛੁਅਕ ਕੀਨ ਜੇ ਗੁਰੂ ਵਡਾਈ। ਉਹ ਵੀ ਜਿਹੜੀ ਉਹਨਾਂ ਨੇ ਭਾਈ ਗੁਰਦਾਸ ਸਾਹਿਬ ਜੀਆਂ ਨੇ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਵਡਿਆਈ ਕੀਤੀ ਹੈ। ਸ਼੍ਰੀ ਅਰਜਨ ਕੀ ਰਹਿਤ ਹਜੂਰਾ। ਜੋ ਭਾਈ ਜੀ ਭਾਈ ਗੁਰਦਾਸ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਹਜ਼ੂਰ ਰਹਿੰਦੇ ਨੇ, ਉਹ ਸਤਿਕਾਰਯੋਗ ਭਾਈ ਗੁਰਦਾਸ ਸਾਹਿਬ ਜਿਨ੍ਹਾਂ ਨੂੰ ਇਹ ਵਡਿਆਈ ਹੈ, ਉਹਨਾਂ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਦਾ ਖਿਤਾਬ ਦਿੱਤਾ ਗਿਆ। ਕੋਈ ਵੀ ਭਾਈ ਆਪਣਾ ਪਾਵਨ ਪਵਿੱਤਰ ਬਾਣੀ ਦੇ ਦਰਸ਼ਨ ਕਰੇ, ਜਿੱਥੇ ਕੋਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਪਾਵਨ ਪਵਿੱਤਰ ਅਮੋਲਕ ਬਚਨਾਂ ਦੀ ਸੂਝ ਨਾ ਪਏ, ਭਾਈ ਗੁਰਦਾਸ ਸਾਹਿਬ ਜੀਆਂ ਦੇ ਬੋਲਾਂ ਨੂੰ ਪੜ੍ਹ ਲਵੇ। ਉਹਨਾਂ ਨੇ ਆਪਣੀਆਂ ਵਾਰਾਂ ਦੇ ਅੰਦਰ, ਸਵਈਆਂ ਦੇ ਅੰਦਰ, ਕਵਿਤਾਂ ਦੇ ਅੰਦਰ ਜਿਨ੍ਹਾਂ ਨੇ ਪਾਵਨ ਪਵਿੱਤਰ ਬਾਣੀ ਦੀ ਵਿਆਖਿਆ ਕੀਤੀ। ਇਉਂ ਕਹਿ ਲਈਏ ਪਹਿਲੇ ਜਿਹੜੇ ਵਿਆਖਿਆਕਾਰ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਦਿ ਪਾਵਨ ਪਵਿੱਤਰ ਬਾਣੀ ਦੇ ਭਾਈ ਗੁਰਦਾਸ ਸਾਹਿਬ ਜੀ ਹੋਏ ਹਨ। ਘਰ ਦੇ ਅੰਦਰ ਤਤਵੇਤਾ ਹਨ ਜੋ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਹਜ਼ੂਰ ਰਹਿੰਦੇ ਨੇ। ਭਾਈ ਗੁਰਦਾਸ ਸਾਹਿਬ ਜੀ ਪੰਜਵੇਂ ਪਾਤਸ਼ਾਹ ਜੀਆਂ ਦੇ ਤਾਂ ਰਿਸ਼ਤੇ ਦੇ ਅੰਦਰ ਮਾਮਾ ਭਾਣਜੇ ਦਾ ਨਾਤਾ ਹੈ। ਤੀਸਰੇ ਪਾਤਸ਼ਾਹ ਜੀਆਂ ਦੇ ਰਿਸ਼ਤੇ ਵਿੱਚ ਭਤੀਜੇ ਲੱਗਦੇ ਨੇ ਭਾਈ ਗੁਰਦਾਸ ਸਾਹਿਬ ਪੱਲੇ। ਉਹ ਸਤਿਕਾਰਯੋਗ ਭਾਈ ਗੁਰਦਾਸ ਸਾਹਿਬ ਸਿੱਖੀ ਅਧਿਕ ਪ੍ਰੇਮ ਬ੍ਰਤ ਪੂਰਾ। ਜਿਹੜੇ ਪ੍ਰੇਮ ਦੇ ਅੰਦਰ, ਸਿੱਖੀ ਦੇ ਅੰਦਰ ਪੂਰੇ ਹਨ। ਸੁਨ ਗੁਰ ਅਰਜਨ ਜਿਹ ਕੀ ਬਾਣੀ। ਜਿਨ੍ਹਾਂ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਬਾਣੀ ਸੁਣ ਕਰਕੇ ਵਰ ਦੀਨੋ ਅਸ ਬਿਦਗਤ ਦਾਨੀ। ਔਰ ਜਿਨ੍ਹਾਂ ਨੇ ਵਰ ਦਿੱਤਾ ਸੁਖਾਂ ਦੇ ਦਾਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੜ ਹੈ ਪ੍ਰੇਮ ਕਰ ਕੈ ਸਿੱਖ ਜੋ। ਜੋ ਭਾਈ ਤੁਹਾਡੀ ਰਚਨਾ ਨੂੰ ਪ੍ਰੇਮ ਸਹਿਤ ਪੜੇਗਾ, ਸਿੱਖੀ ਕੋ ਪ੍ਰਾਪਤ ਹੋਵੇ ਸੋ। ਉਹ ਸਿੱਖੀ ਨੂੰ ਭਾਵ ਪ੍ਰਾਪਤ ਹੋ ਜਾਏਗਾ। ਤਿਹ ਅਨੁਸਾਰ ਕਥੀ ਮੈਂ ਗਾਥਾ। ਉਹਨਾਂ ਅਨੁਸਾਰ ਹੀ ਮੈਂ ਜਿਹੜੀ ਇਹ ਗਾਥਾ ਹੈ ਉਹ ਸਾਰੀ ਗਥੀ ਹੈ, ਭਾਵ ਉਹ ਅੰਕਿਤ ਕੀਤੀ ਹੈ। ਤਿਹ ਕੀ ਸਾਖ ਸੁਨੋ ਹਿਤ ਸਾਥਾ। ਹਾਂ ਭਾਈ ਤੁਸੀਂ ਉਹਨਾਂ ਦੀ ਵੀ ਕੋਲੋਂ ਗਵਾਹੀ ਭਰ ਲਵੋ। ਕੱਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਜਿੱਥੇ ਆਪਾਂ ਗਵਾਹੀ ਦੀ ਗੱਲ ਕਰਨੇ ਹਾਂ ਭਾਈ ਗੁਰਦਾਸ ਸਾਹਿਬ ਜੀਆਂ ਦੇ ਜਿਹੜੀ ਕੋਲੋਂ ਗਵਾਹੀ ਹੈ ਇਹ ਵੀ ਭਾਈ ਤੁਸੀਂ ਸਰਵਣ ਕਰ ਲਵੋ। ਸ਼੍ਰੀ ਗੁਰੂ ਗੋਬਿੰਦ ਸਿੰਘ ਹਦੂਰੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਹਜ਼ੂਰ ਮਨੀ ਸਿੰਘ ਪਇਓ ਗਤਰੂਰੀ। ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਰਹੇ ਹਨ। ਜਿਹ ਸਿਰ ਲੋ ਸਿੱਖੀ ਨਿਰਬਾਹੀ। ਜਿਸ ਭਾਈ ਮਨੀ ਸਿੰਘ ਸਾਹਿਬ ਜੀਆਂ ਨੇ ਆਪਣੇ ਅੰਤਮ ਸਵਾਸਾਂ ਤੱਕ ਸੀਸ ਦੇ ਦਿੱਤਾ, ਜਿੰਦ ਦੇ ਦਿੱਤੀ, ਪ੍ਰਾਣ ਦੇ ਦਿੱਤੇ, ਆਪਾ ਨਿਸ਼ਾਵਰ ਕਰ ਦਿੱਤਾ, ਪਰ ਜਿਹੜੇ ਸਿੱਖੀ ਤੋਂ ਬੇਮੁਖ ਨਹੀਂ ਹੋਏ, ਤਿਹ ਅਨੁਸਾਰ ਕਥਾ ਮੈਂ ਪ੍ਰਾਹੀ। ਹਾਂ ਭਾਈ ਮੈਂ ਉਹਨਾਂ ਅਨੁਸਾਰ ਹੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਆਦ ਕਥਾ ਲਿਖੀ ਹੈ। ਸਰੋਤਾ ਜਨੋ ਉਹਨਾਂ ਅਨੁਸਾਰ ਹੀ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਜੋ ਪਾਵਨ ਪਵਿੱਤਰ ਬਚਨਾਂ ਦੇ ਪ੍ਰਤਿਕੂਲ ਹਨ ਬੋਲ, ਮੈਂ ਉਹਨਾਂ ਬਚਨਾਂ ਅਨੁਸਾਰ ਹੀ ਇਹ ਕਥਾ ਅੰਕਿਤ ਕੀਤੀ ਹੈ। ਪ੍ਰਥਮੈ ਸੁਨੋ ਗ੍ਰੰਥ ਕੀ ਸਾਖੀ। ਇਹ ਭਾਈ ਪ੍ਰਥਮ ਦੇ ਅੰਦਰ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸਾਖੀ ਸੁਣੋ। ਹਿਰਦੇ ਮੈਂ ਸ਼ਰਧਾ ਦਿੜ ਰਾਖੀ। ਔਰ ਹਿਰਦੇ ਅੰਦਰ ਵੱਡੀ ਸ਼ਰਧਾ ਨੂੰ ਦ੍ਰਿੜ ਕਰਕੇ ਰੱਖੋ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਤੀਸਰੇ ਪਾਤਸ਼ਾਹ ਜੀਆਂ ਦੀ ਉਪਮਾ ਦੇ ਅੰਦਰ ਜਿਹੜੇ ਇਹ ਪਾਵਨ ਪਵਿੱਤਰ ਸਵਈਏ ਉਚਾਰੇ ਗਏ। ਜੋਤ ਓਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀ ਹੈ। ਜੋਤ ਉਹ ਹੈ ਕੇਵਲ ਕਾਇਆ ਪਲਟੀ ਗਈ। ਅਜਿਹਾ ਨਹੀਂ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਔਰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਵਿੱਚ ਕੁਝ ਫਰਕ ਹੈ, ਐਸਾ ਨਹੀਂ ਹੈ। ਦੀਵਾ ਜਗਿਆ ਇੱਕ ਦੀਪਕ ਤੋਂ ਪਹਿਲਾ ਦੀਪਕ, ਪਹਿਲੇ ਤੋਂ ਦੂਸਰਾ, ਦੂਸਰੇ ਤੋਂ ਤੀਸਰਾ, ਤੀਸਰੇ ਤੋਂ ਚੌਥਾ, ਚੌਥੇ ਨੇ ਆਪਣਾ ਸਾਰਾ ਗੁਣ ਪੰਜਵੇਂ ਦੀਪਕ ਦੇ ਵਿੱਚ ਰੱਖ ਦਿੱਤਾ। ਭਾਈ ਫਿਰ ਕੋਈ ਵੀ ਇਹ ਫਰਕ ਨਹੀਂ ਦੱਸ ਸਕਦਾ ਵੀ ਇਹਨਾਂ ਪੰਜਾਂ ਦੀਪਕਾਂ ਦੇ ਵਿੱਚੋਂ ਪਹਿਲਾ ਦੀਪਕ ਕਿਹੜਾ ਜਗਿਆ ਸੀ, ਕੋਈ ਦੱਸ ਸਕਦਾ ਹੈ? ਕੋਈ ਉਹਦੇ ਵਿੱਚ ਡਿਫਰੈਂਸ, ਕੋਈ ਉਹਦੇ ਵਿੱਚ ਫਰਕ ਦੱਸ ਸਕਦਾ ਭਾਈ ਪਹਿਲਾ ਦੀਪਕ ਕਿਹੜਾ ਸੀ ਜਾਂ ਪੰਜਵਾਂ ਦੀਪਕ ਕਿਹੜਾ ਹੈ? ਪਹਿਲੇ ਨੇ ਆਪਣਾ ਸੰਪੂਰਨ ਗੁਣ ਦੂਸਰੇ ਨੂੰ ਦਿੱਤਾ, ਦੀਪਕ ਤੇ ਦੀਪਕ ਪ੍ਰਗਾਸਿਆ। ਪਹਿਲੇ ਨੇ ਆਪਣਾ ਸਾਰਾ ਗੁਣ ਦੂਸਰੇ ਨੂੰ ਦਿੱਤਾ, ਇਸੇ ਤਰ੍ਹਾਂ ਦੂਸਰੇ ਨੇ ਤੀਸਰੇ ਨੂੰ, ਤੀਸਰੇ ਨੇ ਚੌਥੇ ਨੂੰ। ਇਸ ਪ੍ਰਕਾਰ ਸੰਪੂਰਨ ਜਿਹੜਾ ਗੁਣ ਸੀ ਉਹ ਵੰਡਿਆ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਉਪਮਾ ਦੇ ਅੰਦਰ ਜਿਹੜੇ ਇਹ ਪਾਕ ਪਵਿੱਤਰ ਜਿਹੜੇ ਸਵਈਏ ਇੱਥੇ ਕਵੀ ਜੀਆਂ ਨੇ ਅੰਕਿਤ ਕੀਤੇ ਹਨ ਭਾਈ, ਉਹ ਪ੍ਰੇਮ ਸਹਿਤ ਸੁਣੋ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਉਹ ਆਪ ਪਰਿਪੂਰਨ ਪਰਮਾਤਮਾ ਆਪ ਭਾਵ ਰੂਪ ਧਾਰ ਕੇ ਜਗਤ ਦੇ ਅੰਦਰ ਆਇਆ ਹੈ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਨੇ ਆਪ ਆਕਾਰ ਧਾਰ ਕੇ ਜਗਤ ਦੇ ਅੰਦਰ ਭਾਵ ਉਹ ਆਏ ਹਨ। ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀਪਾਇਓ। ਜਿੱਥੇ ਕਿਤੇ ਵੀ ਭਾਵ ਜੈ ਜੈ ਪੇਖੂ ਤਹ ਹਜੂਰ, ਜੈ ਤੈ ਕਹਿ ਭਰਪੂਰ ਸ਼ਬਦ ਦੀਪਕ ਦੀਪਾਇਓ। ਭਾਵ ਉਹ ਪਰਿਪੂਰਨ ਪਰਮਾਤਮਾ ਹਰ ਥਾਂ ਹਾਜ਼ਰ ਨਾਜ਼ਰ। ਜਿਹ ਸਿੱਖ ਹੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਇਹ ਭਾਈ ਜਿਹੜੇ ਫਿਰ ਉਹ ਜੁੜੇ, ਜਿਹੜੇ ਪ੍ਰੇਮ ਸਹਿਤ ਉਸ ਹਰੀ ਦੇ ਨਾਲ ਪਰਿਪੂਰਨ ਪਰਮਾਤਮਾ ਸਾਹਿਬ ਜੀਆਂ ਦੇ ਸ਼ਬਦ ਨਾਲ ਜੁੜੇ। ਜੈ ਸਿੱਖੈ ਸੰਗਰਿਓ ਤਤ ਹਰ ਚਰਨ ਮਿਲਾਇਓ, ਭਾਵ ਹਰੀ ਦੇ ਚਰਨਾਂ ਨਾਲ ਜੋੜ ਦਿੱਤੇ। ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੁਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਨਿਰਮਲ ਕੁਲ ਦੇ ਅੰਦਰ, ਨਾਨਕ ਕੁਲ ਨਿਮਲ ਅਵਤਰਿਓ, ਨਿਰਮਲ ਕੁਲ ਦੇ ਅੰਦਰ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਭਾਵ ਉਸ ਕੁਲ ਦੇ ਅੰਦਰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਅਵਤਰਨ ਹੋਏ। ਉਸ ਕੁਲ ਦੇ ਅੰਦਰ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ। ਔਰ ਜਿਸ ਪ੍ਰਕਾਰ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਲਹਿਣਾ ਜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨਾਲ ਜੁੜਨ ਕਰਕੇ ਉਹ ਅੰਗਦ ਹੋਏ, ਇਸੇ ਤਰ੍ਹਾਂ ਹੀ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੂਸਰੇ ਪਾਤਸ਼ਾਹ ਜੀਆਂ ਦੇ ਨਾਲ ਜੁੜਨ ਕਰਕੇ ਪਵਿੱਤਰ ਹੋ ਗਏ। ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋਏ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨਾਲ ਜੁੜੇ ਹਨ। ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਣ ਤੁਅ। ਹੇ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਅਮਰਦਾਸ ਤਾਰਨ ਤਰਨ ਭਵ ਸਾਗਰ ਤੋਂ ਪਾਰ ਕਰਨ ਵਾਲੇ ਹੋ। ਜਨਮ ਜਨਮ ਪਾ ਸ਼ਰਨ ਤੋਂ, ਮੈਂ ਕੇਵਲ ਇਸ ਜਨਮ ਦੇ ਅੰਦਰ ਨਹੀਂ, ਮੈਂ ਹਰ ਜਨਮ ਦੇ ਅੰਦਰ ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਸੰਗ ਜੁੜਿਆ ਰਵਾਂ। ਕੇਵਲ ਇੱਕ ਸਮਾਂ ਨਹੀਂ, ਭਾਵ ਮੈਂ ਹਰ ਸਮੇਂ ਮੈਂ ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਸੰਗ ਜੁੜਿਆ ਰਵਾਂ। ਇਹ ਸ਼ਬਦ ਦੀ ਕੋਲੋਂ ਗਵਾਹੀ ਕਵੀ ਜੀਆਂ ਨੇ ਭਰੀ ਹੈ। ਸਤਿਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ। ਹੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਯੁਗ ਦੇ ਸਮੇਂ ਦੇ ਅੰਦਰ ਵੀ ਤੁਸਾਂ ਆਉਣਾ ਅਵਤਾਰ ਧਾਰ ਕੇ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ। ਆਪ ਜੀਆਂ ਨੇ 52 ਅਵਤਾਰ ਧਾਰ ਕੇ ਆਪ ਜੀਆਂ ਨੇ ਹੀ ਰਾਜੇ ਨੂੰ ਛਲਿਆ ਸੀ। ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਔਰ ਤ੍ਰੇਤੇ ਦੇ ਅੰਦਰ ਰਘੁਵੰਸ਼ੀ ਰਾਜਾ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ।
ਔਰ ਤ੍ਰੇਤੇ ਦੇ ਅੰਦਰ ਹੀ ਸਤਿਗੁਰ ਸੱਚੇ ਪਾਤਸ਼ਾਹ ਆਪ ਜੀਆਂ ਨੇ ਹੀ ਅਵਤਾਰ ਧਾਰਿਆ। ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਔਰ ਦੁਆਪਰ ਯੁੱਗ ਦੇ ਅੰਦਰ ਕ੍ਰਿਸ਼ਨ ਮੁਰਾਰ ਕ੍ਰਿਸ਼ਨ ਰੂਪ ਧਾਰ ਕੇ ਮੁਰਦੈਂਤ ਨੂੰ ਮਾਰਿਆ ਔਰ ਕੰਸ ਨੂੰ ਆਪ ਜੀਆਂ ਨੇ ਕੰਸ ਕਿਰਤਾਰਥ ਕੀਓ ਮੁਕਤ ਕੀਤਾ। ਉਗਰ ਸੈਨ ਕਉ ਰਾਜ ਅਭੈ ਭਗਤੈ ਜਨ ਦੀਓ। ਆਪਣੇ ਭਗਤਾਂ ਨੂੰ ਅਭੈ ਭਗਤੈ ਜਨ ਦੀਓ। ਡਰ ਰਹਿਤ ਜਿਹੜੀ ਪਦਵੀ ਆਪਨੇ ਆਪਣੇ ਭਗਤਾਂ ਨੂੰ ਦਿੱਤੀ, ਉਗਰ ਸੈਨ ਨੂੰ ਰਾਜ ਦਿੱਤਾ। ਕਲ ਜੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਔਰ ਇਸੇ ਸਮੇਂ ਦੇ ਅੰਦਰ ਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਲਯੁਗ ਇਸ ਸਮੇਂ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ, ਧੰਨ ਸ਼੍ਰੀ ਗੁਰੂ ਅੰਗਦ ਦੇਵ ਪਾਤਸ਼ਾਹ, ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਜੀਆਂ ਦਾ ਉਹ ਪਰਿਪੂਰਨ ਪਰਮਾਤਮਾ ਆਪ ਜੀਆਂ ਨੇ ਹੀ ਇਸ ਸਮੇਂ ਦੇ ਅੰਦਰ ਅਵਤਰਨ ਲਿਆ ਹੈ। ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ। ਉਸ ਆਦ ਪੁਰਖ ਨੇ ਉਸ ਪਰਿਪੂਰਨ ਪਰਮਾਤਮਾ ਨੇ ਹੀ ਇਹ ਅਟਲ ਜਿਹੜਾ ਰਾਜ ਉਸੇ ਨੇ ਹੀ ਚਲਾਇਆ ਹੈ। ਜਿਸ ਪ੍ਰਕਾਰ ਭਾਈ ਸੱਤਾ ਭਾਈ ਬਲਵੰਡ ਜੀਆਂ ਨੇ ਪਾਵਨ ਪਵਿੱਤਰ ਬਚਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਉਪਮਾ ਦੇ ਅੰਦਰ ਉਹਨਾਂ ਨੇ ਪਹਿਲੀ ਪੌੜੀ ਦੇ ਅੰਦਰ ਰਾਮਕਲੀ ਕੀ ਵਾਰ ਦੇ ਅੰਦਰ ਰਾਏ ਬਲਵੰਡ ਤਥਾ ਸੱਤਾ ਡੂ ਮਾਖੀ ਨਾਉ ਕਰਤਾ ਕਾਦਰ ਕਰੈ ਕਿਉ ਬੋਲ ਹੋਵੈ ਜੋ ਖੀਮਦਾ ਦੈ ਗੁਣਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਪੜੀਵਦਾ। ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦਾ। ਸ਼੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਆਦ ਪੁਰਖ ਨੇ ਹੀ ਇਹ ਬਚਨ ਕਹੇ ਹਨ। ਸੋ ਇਹ ਜਿਹੜੇ ਸ਼ਬਦਾਂ ਦੀ ਕੋਲੋਂ ਕਵੀ ਜੀਆਂ ਨੇ ਇੱਥੇ ਸਾਖੀ ਭਰੀ ਹੈ, ਗਵਾਹੀ ਭਰੀ ਹੈ। ਹੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਮੇਰੇ ਵਾਸਤੇ ਹੀ ਆਪ ਜੋ 52 ਅਵਤਾਰ ਮੇਰੇ ਵਾਸਤੇ ਤੁਸੀਂ ਆਪ ਹੀ ਹੋ। ਮੇਰੇ ਵਾਸਤੇ ਤੁਸੀਂ ਹੀ ਸ਼੍ਰੀ ਰਾਮਚੰਦਰ ਦੇ ਅਵਤਾਰ ਹੋ। ਮੇਰੇ ਵਾਸਤੇ ਤੁਸੀਂ ਹੀ ਸ਼੍ਰੀ ਕ੍ਰਿਸ਼ਨ ਜੀਆਂ ਦੇ ਰੂਪ ਹੋ। ਹੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਮੈਂ ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਨੂੰ ਪਰਸਦਾ ਹਾਂ। ਮੈਂ ਆਪ ਜੀਆਂ ਦੇ ਹੀ ਮੁਬਾਰਕ ਚਰਨ ਕਮਲਾਂ ਸੰਗ ਜੁੜਦਾ ਹਾਂ। ਦੋਹਰਾ ਇਤਿਆਦਿਕ ਸ਼੍ਰੀ ਗ੍ਰੰਥ ਮੈਂ ਲਿਖੇ ਸਵਈਏ ਬ੍ਰਿੰਦ। ਹੇ ਸਰੋਤਾ ਜਨੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਵਡਿਆਈ ਦੇ ਅੰਦਰ ਇਸ ਪ੍ਰਕਾਰ ਨਿਰਮਲ ਪਾਵਨ ਪਵਿੱਤਰ ਹੋਰ ਵੀ ਬਹੁਤੇ ਸਵਈਏ ਅੰਕਿਤ ਕੀਤੇ ਹੋਏ ਹਨ। ਨਿਰੰਕਾਰ ਆਕਾਰ ਭੇ ਸ਼੍ਰੀ ਗੁਰ ਆਨੰਦ ਕੰਦ। ਸੁਖਾਂ ਦੇ ਦਾਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਨਿਰੰਕਾਰ ਦਾ ਸਵਰੂਪ ਆਕਾਰ ਰੂਪ ਵਿੱਚ ਆਏ ਹਨ। ਚੌਪਈ ਮੋਹਰ ਮੋਹ ਸ਼੍ਰੀ ਗ੍ਰੰਥੈ ਕਹਾ। ਇਹ ਭਾਈ ਹੋਰ ਗ੍ਰੰਥਾਂ ਦੇ ਅੰਦਰ ਸੋ ਤੁਮ ਸਾਚ ਕੇ ਝੂਠੋ ਲਹਾ। ਇਹ ਭਾਈ ਬਚਨ ਸਦੀਵੀ ਸੱਚੇ ਹਨ। ਵਾਕ ਗ੍ਰੰਥ ਕੋ ਸਾਚ ਜੋ ਮਨ ਹੈ। ਇਹ ਭਾਈ ਜਿਨ੍ਹਾਂ ਨੇ ਇਹਨਾਂ ਬੋਲਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਬੋਲਾਂ ਨੂੰ ਸੱਚਾ ਮੰਨਿਆ ਹੈ। ਨਾਨਕ ਹਰ ਅਵਤਾਰ ਪਛਾਨ ਹੈ। ਉਹਨਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਅਵਤਾਰ ਪਛਾਨਿਆ ਹੈ। ਜਿਨ੍ਹਾਂ ਨੇ ਭਾਈ ਆਪਣੇ ਹਿਰਦੇ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਉੱਪਰ ਜਿਨ੍ਹਾਂ ਨੇ ਅਕੀਦਾ ਰੱਖਿਆ ਹੈ। ਆ ਪਿੱਛੇ ਜੀ ਇਸੇ ਸਦੀ ਦੇ ਅੰਦਰ ਤੇਜਾ ਸਿੰਘ ਪਸੌੜੀਏ, ਉਹਨਾਂ ਨੇ ਜਦੋਂ ਪਾਵਨ ਪਵਿੱਤਰ ਬਾਣੀ ਦੇ ਅਰਥਾਂ ਦੀ ਸੋਝੀ ਨਾ ਪਈ, ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਨਿਰਮਲ ਪਾਵਨ ਪਵਿੱਤਰ ਉਪਦੇਸ਼ ਦੀ ਸੋਝੀ ਨਾ ਪਈ, ਪਹਿਲਾਂ ਉਹਨਾਂ ਨੇ ਭਗਤ ਬਾਣੀ ਕੱਢੀ ਕਿ ਭਗਤ ਬਾਣੀ ਗੁਰੂ ਬਾਣੀ ਦੇ ਤੁੱਲ ਨਹੀਂ ਹੈ। ਕਰਦਿਆਂ ਕਰਦਿਆਂ ਫਿਰ ਉਹਨਾਂ ਨੇ ਸਵਈਏ ਕੱਢਣੇ ਸ਼ੁਰੂ ਕਰ ਦਿੱਤੇ। ਕਹਿੰਦੇ ਜੀ ਵੇਖੋ, ਇੱਥੇ ਤਾਂ ਸ਼੍ਰੀ ਕ੍ਰਿਸ਼ਨ ਜੀ ਦੀ ਉਪਮਾ ਹੋਈ ਹੈ, ਸ਼੍ਰੀ ਰਾਮਚੰਦਰ ਜੀ ਦੀ ਉਪਮਾ ਹੋਈ ਹੈ, ਰਾਮਚੰਦਰ ਜੀਆਂ ਦੇ ਤੁੱਲ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਲਿਖਿਆ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਵਿੱਚੋਂ ਫਿਰ ਸਵਈਏ ਕੱਢਣੇ ਆਰੰਭ ਕਰ ਦਿੱਤੇ।
ਫਿਰ ਪੰਥ ਨੇ ਇਕੱਤਰ ਹੋ ਕਰਕੇ ਉਹਨਾਂ ਨੂੰ ਪੰਥ ਦੇ ਵਿੱਚੋਂ ਖਾਰਜ ਕੀਤਾ। ਕਿਉਂ? ਸੋਝੀ ਉਹਨਾਂ ਨੂੰ ਆਪ ਨਾ ਹੋਈ ਅਰਥਾਂ ਦੀ, ਔਰ ਸ਼ੰਕਾ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੇ ਉੱਪਰ। ਅੱਜ ਤੋਂ ਹੁਣ ਜਦੋਂ ਕਵੀ ਜੀ ਇਹ ਇਤਿਹਾਸ ਅੰਕਿਤ ਕਰ ਰਹੇ ਹਨ, ਲਿਖ ਰਹੇ ਹਨ, ਲਗਭਗ 1840 ਦੇ ਕਰੀਬ ਦੇ ਇਹ ਇਤਿਹਾਸ ਦੀ ਉਹਨਾਂ ਨੇ ਗਾਥਾ ਲਿਖੀ ਹੈ। 180 ਸਾਲ ਦੇ ਕਰੀਬ ਹੋ ਗਏ। 1840 ਦੇ ਅੰਦਰ 43 ਅੰਦਰ ਸੰਪੂਰਨ ਹੋਏ ਇਤਿਹਾਸ ਲਿਖਦਿਆਂ ਕਈ ਵਰੇ ਉਹਨਾਂ ਨੂੰ ਲੱਗੇ। ਇਹ ਇਤਿਹਾਸ 180 ਸਾਲ ਪਹਿਲਾਂ, ਉਸ ਵਕਤ ਵੀ ਇਹਨਾਂ ਨੇ ਨਾਲ ਇੱਥੇ ਬੋਲ ਲਿਖੇ, ਜਿਨ੍ਹਾਂ ਨੂੰ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਕੱਲੇ ਕੱਲੇ ਬਚਨ ਦੇ ਉੱਪਰ ਜਿਨ੍ਹਾਂ ਨੂੰ ਭਰੋਸਾ ਹੈ, ਜਿਨ੍ਹਾਂ ਨੂੰ ਸ਼ਰਧਾ ਹੈ ਮਹਾਰਾਜ ਜੀਆਂ ਦੇ ਬੋਲਾਂ ਦੇ ਉੱਪਰ। ਹੈ ਭਾਈ, ਉਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਸ ਹਰੀ ਨਿਰੰਕਾਰ ਦਾ ਹੀ ਸਵਰੂਪ ਜਾਣਦੇ ਹਨ। ਨਹੀਂ ਤਾਂ ਹੋਰ ਤਾਂ ਆਪਣੇ ਸਮਾਨ ਮਨੁੱਖ ਹੀ ਜਾਣਦੇ ਹਨ ਕਿ ਜਿਸ ਪ੍ਰਕਾਰ ਆਪਾਂ ਸੰਸਾਰ ਦੇ ਅੰਦਰ ਆਏ ਹਾਂ, ਹੈ ਭਾਈ, ਉਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਹਨ। ਆਪਣੇ ਅੰਦਰ ਤਥਾ ਉਹਨਾਂ ਅੰਦਰ ਕੋਈ ਫਰਕ ਨਹੀਂ ਹੈ। ਉਹਨਾਂ ਨੇ ਇਸ ਪ੍ਰਕਾਰ, ਕਈਆਂ ਨੇ ਇਸ ਪ੍ਰਕਾਰ ਅੰਕਿਤ ਕੀਤਾ। ਪਰ ਕਵੀ ਜੀ ਇੱਥੇ ਲਿਖਦੇ ਹਨ, ਹੈ ਭਾਈ, ਜਿਨ੍ਹਾਂ ਨੂੰ ਪੂਰਨ ਸ਼ਰਧਾ ਹੈ ਆਪਣੇ ਪਾਵਨ ਪਵਿੱਤਰ ਬਾਣੀ ਦੇ ਉੱਪਰ, ਉਹਨਾਂ ਨੇ ਸਾਹਿਬ ਜੀਆਂ ਨੂੰ ਇਸ ਪ੍ਰਕਾਰ ਜਾਣਿਆ ਹੈ। ਸ਼੍ਰੀ ਅਰਜਨ ਕੇ ਰਹਿਤ ਅਗਾਰੀ, ਜਿਹੜੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਹਮੇਸ਼ਾ ਸਦੀਵੀ ਕੋਲ ਰਹਿੰਦੇ ਹਨ। ਭਇਓ ਗ੍ਰੰਥ ਜੁਕੋ ਜੋਨ ਲਿਖਾਰੀ, ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਜਿਹੜੇ ਲਿਖਾਰੀ ਹੋਏ ਹਨ। ਦੇਖੋ ਇੱਥੇ ਕਲਮ ਕਵੀ ਸੰਤੋਖ ਸਿੰਘ ਜੀਆਂ ਦੀ ਬਚਨ ਪਏ ਲਿਖਦੇ ਹਨ, ਹੈ ਭਾਈ ਸਰੋਤਾ ਜਨੋ ਸੁਣੋ ਕਿ ਜੋ ਸਾਹਿਬ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਹਦੂਰ ਰਹਿੰਦੇ ਹਨ। ਸਰੋਤਾ ਜਨ ਕਹਿਣ ਲੱਗੇ ਉਹ ਤੇ ਕਈ ਰਹੇ ਹੋਣਗੇ। ਫਿਰ ਅਗਲੀ ਪੰਕਤੀ ਵਿੱਚ ਲਿਖਦੇ ਹਨ, ਹੈ ਭਾਈ, ਜਿਨ੍ਹਾਂ ਨੇ ਕਲਮ ਦੇ ਨਾਲ ਬਾਣੀ ਲਿਖਣ ਦੀ ਸੇਵਾ ਕੀਤੀ, ਮੈਂ ਉਹਨਾਂ ਬਾਰੇ ਗੱਲ ਕਰਨ ਲੱਗਾ ਹਾਂ। ਤਾਂ ਕੀ ਕਹੀ ਸੁਨੋ ਅਬ ਸਾਖੀ, ਹੁਣ ਉਹਨਾਂ ਦੀ ਕੋਲੋਂ ਤੁਸੀਂ ਗਵਾਹੀ ਸੁਣ ਲਓ, ਕੋਲੋਂ ਉਹਨਾਂ ਦੀ ਤੁਸੀਂ ਸਾਖੀ ਸੁਣ ਲਵੋ। ਸ਼੍ਰੀ ਗੁਰਦਾਸ ਨਾਮ ਜਿਉ ਭਾਖੀ, ਜੋ ਉਹਨਾਂ ਦਾ ਨਾਮ ਸਤਿਕਾਰਯੋਗ ਭਾਈ ਗੁਰਦਾਸ ਸਾਹਿਬ ਜੀ ਹੈ। ਭਾਈ ਗੁਰਦਾਸ ਉਵਾਚ, ਨਿਰੰਕਾਰ ਨਾਨਕ ਦਿਓ ਨਿਰੰਕਾਰ ਆਕਾਰ ਬਣਾਇਆ। ਉਸ ਨਿਰੰਕਾਰ ਜੀਆਂ ਨੇ ਆਪਣਾ ਜੋ ਸਵਰੂਪ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਵਰੂਪ ਭਾਵ ਸੰਸਾਰ ਵਿੱਚ ਜਿਹੜੇ ਆਏ ਹਨ। ਗੁਰ ਅੰਗਦ ਗੁਰ ਅੰਗ ਤੇ ਗੰਗੋ ਜਾਣ ਤਰੰਗ ਉਠਾਇਆ। ਜਿਵੇਂ ਨਿਰਮਲ ਪਾਣੀ ਦੇ ਅੰਦਰ ਉੱਠਦੀਆਂ ਹੋਈਆਂ ਤਰੰਗਾਂ ਹੋਣ। ਹੁਣ ਪਾਣੀ ਅੰਦਰ ਤੇ ਤਰੰਗ ਦੇ ਅੰਦਰ ਕੋਈ ਭੇਦ ਨਹੀਂ, ਪਰ ਵੇਖਣ ਵਾਲੇ ਨੂੰ ਦੋ ਜਾਪਦੀਆਂ ਹਨ ਵੀ ਤਰੰਗ ਵੱਖਰੀ ਹੈ, ਪਾਣੀ ਵੱਖਰਾ ਹੈ। ਪਰ ਭਾਈ ਗੁਰਦਾਸ ਸਾਹਿਬ ਜੀ ਲੱਗੇ ਕਹਿਣ, ਗੁਰ ਅੰਗਦ ਗੁਰ ਅੰਗ ਤੇ ਗੰਗੋ ਜਾਣ ਤਰੰਗ ਉਠਾਇਆ। ਇਹ ਭਾਈ, ਉਹਨਾਂ ਦਾ ਆਪਣਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਅੰਗ ਸੰਗ ਜੁੜ ਕੇ ਉਹ ਭਾਈ ਲਹਿਣਾ ਜੀ ਤੋਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਹੋਏ ਹਨ। ਅਮਰਦਾਸ ਗੁਰ ਅੰਗਦ ਹੋ ਜੋਤ ਸਰੂਪ ਚਲਤ ਵਰਤਾਇਆ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਸੇਵਾ ਵਿੱਚ ਆਣ ਕੇ ਜੁੜੇ। ਹੁਣ ਉਹ ਉਹਨਾਂ ਦਾ ਸਵਰੂਪ ਹੋ ਗਏ। ਗੁਰ ਅਮਰ ਹੋ ਗੁਰ ਰਾਮਦਾਸ ਅਨਹਦ ਨਾਦ ਹੋ ਸ਼ਬਦ ਸੁਣਾਇਆ। ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਹਦੂਰ ਭਾਈ ਜੇਠਾ ਜੀ ਆਣ ਕੇ ਸੇਵਾ ਵਿੱਚ ਜੁੜੇ। ਸੇਵਾ ਕਾਲ ਕਮਾਈ ਐਸੀ ਕਾਲੀ ਮਹਾਰਾਜ ਜੀਆਂ ਦੇ ਚਰਨਾ ਕਮਲਾਂ ਪਾਸ ਜੁੜ ਕੇ ਉਹਨਾਂ ਦਾ ਸਵਰੂਪ ਹੋ ਗਏ। ਅਨਹਦ ਨਾਦੋ ਸ਼ਬਦ ਸੁਨਾਇਆ। ਉਸ ਨਿਰੰਕਾਰ ਦੀ ਪਾਵਨ ਪਵਿੱਤਰ ਬੋਲ ਸਰਵਣ ਕਰਵਾਏ। ਰਾਮਦਾਸੋ ਅਰਜਨ ਗੁਰੂ ਦਰਸ਼ਨ ਦਰਪਨ ਵਿੱਚ ਦਿਖਾਇਆ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਹਦੂਰ ਤਿਨਾਂ ਦੇ ਸੁਪੁੱਤਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਰਹਿ ਕੇ ਉਹਨਾਂ ਨੇ ਸੇਵਾ ਕੀਤੀ। ਔਰ ਦਰਪਣ ਦੇ ਵਿੱਚ ਜਿਵੇਂ ਕੋਈ ਆਪਣਾ ਮੂੰਹ ਤੱਕੇ ਉਹਦਾ ਪ੍ਰਤੀਬਿੰਬ ਦਿਸਦਾ ਹੈ,
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਵਿੱਚੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਦੀਦਾਰ ਹੁੰਦੇ ਹਨ। ਜਾਂ ਇਉਂ ਕਹਿ ਲਿਆ ਜਾਏ ਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਵਿੱਚੋਂ ਸੋਢੀ ਸੁਲਤਾਨ ਜੀਆਂ ਦੇ ਦਰਸ਼ਨ ਹੁੰਦੇ ਹਨ। ਜਦੋਂ ਆਪਾਂ ਪੜ੍ਹਨੇ ਹਾਂ ਪਾਵਨ ਪਵਿੱਤਰ ਅੰਗ ਸਤਿਗੁਰੂ ਮਹਾਰਾਜ ਜੀਆਂ ਦੇ 923 ਤੇ ਰਾਮਕਲੀ ਸਤ ਦੇ ਅੰਦਰ ਮਹਾਰਾਜ ਜੀਆਂ ਨੇ ਉਹ ਦਰਸ਼ਨ ਪਾਵਨ ਪਵਿੱਤਰ ਬਚਨ ਲਿਖੇ ਨਾ, ਬਾਬਾ ਸੁੰਦਰ ਜੀਆਂ ਨੇ ਮੋਹਰੀ ਪੁੱਤ ਸਨਮੁਖ ਹੋਇਆ ਰਾਮ ਦਾਸੈ ਪੈਰੀ ਪਾਏ ਜੀਓ। ਉੱਥੇ ਅੰਕਿਤ ਕੀਤੇ ਵੀ ਸਭ ਤੋਂ ਪਹਿਲਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉੱਠ ਕੇ ਮੱਥਾ ਟੇਕਿਆ ਭਾਈ ਜੇਠਾ ਜੀ ਨੂੰ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ। ਕੋਈ ਕਰ ਬਖੀਲੀ ਨਿਵੈ ਨਹੀਂ ਫਿਰ ਸਤਿਗੁਰ ਆਣ ਨਿਵਾਇਆ। ਇਹਦਾ ਮਤਲਬ ਕਿਸੇ ਨੇ ਬਖੀਲੀ ਕੀਤੀ ਹੋਵੇਗੀ ਉਸ ਵਕਤ। ਕੋਈ ਕਰ ਬਖੀਲੀ ਨਿਵੈ ਨਹੀਂ ਫਿਰ ਸਤਿਗੁਰ ਆਣ ਨਿਵਾਇਆ। ਮੋਹਰੀ ਪੁੱਤ ਸਨਮੁਖ ਹੋਇਆ ਰਾਮ ਦਾਸੈ ਪੈਰੀ ਪਾਏ ਜੀਓ। ਮਹਾਰਾਜ ਜੀ ਆਪ ਵੀ ਉੱਠੇ ਨੇ, ਪੁੱਤਰ ਮੋਹਰੀ ਨੂੰ ਨਾਲ ਲਿਆ, ਉਹਨੂੰ ਨਾਲ ਕਿਹਾ ਕਿ ਭਾਈ ਤੁਸੀਂ ਮੱਥਾ ਟੇਕੋ। ਪ੍ਰਥਮ ਮਹਾਰਾਜ ਜੀਆਂ ਨੇ ਨਮਸਕਾਰ ਕੀਤੀ। ਹੋਰ ਸਿੱਖ ਸੰਗਤਾਂ ਸਾਰੀਆਂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨੀ ਜੁੜੀਆਂ। ਸੋ ਇਸੇ ਤਰ੍ਹਾਂ ਹੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਵਿੱਚੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਲਕਾਰੇ ਦੀਦਾਰ ਹੋਏ। ਹਰਿ ਗੋਬਿੰਦ ਗੁਰ ਅਰਜਨੋ ਗੁਰ ਗੋਬਿੰਦ ਨਾਉ ਸਦਵਾਇਆ। ਔਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਵਿੱਚੋਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਦੀਦਾਰ ਹੋਏ। ਗੁਰੂ ਸਦਵਾਏ, ਗੋਬਿੰਦ ਨਾਉ ਸਦਵਾਇਆ ਹੈ। ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਗੁਰੂ ਦਾ ਸ਼ਬਦ ਗੁਰੂ ਦੀ ਮੂਰਤ ਹੈ ਔਰ ਪ੍ਰਗਟ ਸਾਧ ਸੰਗਤ ਵਿੱਚ ਪ੍ਰਗਟੀ ਆਇਆ ਤਥਾ ਇਹ ਪ੍ਰਗਟ ਸਾਧ ਸੰਗਤ ਵਿੱਚ ਹੁੰਦਾ ਹੈ। ਪੈਰੀ ਪਾਏ ਸਭ ਜਗਤ ਤਰਾਇਆ। ਸਤਿਗੁਰੂ ਮਹਾਰਾਜ ਜੀਆਂ ਦੇ ਚਰਨੀ ਜੁੜ ਕਰਕੇ ਭਾਈ ਜਗਤ ਤਰਿਆ ਹੈ। ਚੌਪਈ ਔਰ ਲਿਖਿਓ ਬਹੁਤੇ ਇਸ ਥਾਨਾ। ਹੇ ਭਾਈ ਸਰੋਤਾ ਜਨੋ ਹੋਰ ਵੀ ਕਈ ਥਾਵਾਂ ਤੇ ਪੜ ਕਰ ਗੁਣ ਲੈ ਬਹੁ ਮਤਵਾਨਾ। ਹੇ ਭਾਈ ਪੜ ਕਰਕੇ ਆਪ ਤੁਸੀਂ ਹੋਰ ਵੀ ਦਰਸ਼ਨ ਦੀਦਾਰ ਕਰ ਸਕਦੇ ਹੋ। ਬਹੁਰ ਜਨਕ ਰਾਜਾ ਅਵਤਾਰਾ। ਮਹਾਰਾਜ ਜੀਆਂ ਦੀ ਬਾਣੀ ਅੰਦਰ ਅੰਕਿਤ ਹੋਇਆ ਤੂੰ ਤਾਂ ਜਨਕ ਰਾਜਾ ਅਵਤਾਰ। ਹੇ ਭਾਈ ਇਹ ਬਚਨ ਲਿਖੇ ਹਨ। ਐਸੇ ਲਿਖਿਓ ਗ੍ਰੰਥ ਮਝਾਰਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਅੰਦਰ ਇਹ ਬਚਨ ਲਿਖੇ ਹੋਏ ਹਨ। ਸੋ ਉਪਮਾ ਹੈ ਤਿਹ ਕੀ ਦਈ। ਮਹਾਰਾਜ ਜੀਆਂ ਨੂੰ ਵੱਡੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਵੱਡੀ ਇਹ ਉਪਮਾ ਦਿੱਤੀ ਹੈ। ਜੋਗ ਭੋਗ ਦੋਨੋਂ ਸਮਕੇਈ। ਜਿਨ੍ਹਾਂ ਨੇ ਸੰਸਾਰ ਦੇ ਅੰਦਰ ਭਾਵ ਰਹਿ ਕਰਕੇ ਜੋਗ ਤੇ ਭੋਗ ਭਾਵ ਸੰਸਾਰ ਦੀ ਬਿਰਤੀ, ਸੰਸਾਰ ਵਿੱਚ ਵੀ ਰਹੇ ਜਿਨ੍ਹਾਂ ਨੇ ਜੋਗ ਤਥਾ ਭੋਗ ਦੋਨਾਂ ਇੱਕ ਬਰਾਬਰ ਰੱਖਿਆ ਹੈ। ਜਿਉ ਗ੍ਰਹਿਸਤ ਮੈਂ ਜਨਕ ਉਦਾਸੀ। ਜਿਸ ਪ੍ਰਕਾਰ ਰਾਜਾ ਜਨਕ ਗ੍ਰਸਤ ਦੇ ਅੰਦਰ ਰਹਿ ਕੇ ਵੀ ਉਦਾਸ ਸੀ, ਤਿਉ ਸ਼੍ਰੀ ਨਾਨਕ ਭੇ ਸੁਖ ਰਾਸੀ। ਇਸੇ ਤਰ੍ਹਾਂ ਸੁਖਾਂ ਦੇ ਦਾਤੇ ਸੁਖਾਂ ਦੀ ਰਾਸ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਇਸੇ ਤਰ੍ਹਾਂ ਹਨ। ਜਗਤ ਦੇ ਅੰਦਰ ਰਹੇ ਹਨ। ਸੰਸਾਰ ਦੀਆਂ ਜ਼ਿੰਮੇਵਾਰੀਆਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਨਿਭਾਈਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵਿਹੜੇ ਦੇ ਅੰਦਰ ਸੰਤਾਨ ਹੈ। ਸੰਸਾਰ ਤੋਂ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭਗੌੜੇ ਨਹੀਂ ਹੋਏ। ਉਹਨਾਂ ਨੇ ਜਗਤ ਵਿੱਚ ਰਹਿਣਾ ਸਿਖਾਇਆ। ਭਾਈ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ। ਇਹ ਭਾਈ ਜਗਤ ਵਿੱਚ ਰਹੀਏ ਏਦਾਂ ਜਿਵੇਂ ਕਮਲ ਪਾਣੀ ਵਿੱਚ ਰਹਿ ਕੇ ਵੀ ਪੰਖੜੀਆਂ ਨੂੰ ਗਿੱਲਾ ਨਹੀਂ ਹੋਣ ਦਿੰਦਾ, ਜਿਵੇਂ ਮੁਰਗਾਬੀ ਪਾਣੀ ਵਿੱਚ ਤੈਰਦੀ ਹੋਈ ਵੀ ਆਪਣੇ ਖੰਭਾਂ ਨੂੰ ਗਿੱਲਾ ਨਹੀਂ ਹੋਣ ਦਿੰਦੀ, ਏਦਾਂ ਜਗਤ ਵਿੱਚ ਭਾਈ ਰਹੀਏ। ਜਗਤ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਵੇਰੇ ਸ਼ਾਮ ਕਰਤਾਰ ਦੀ ਯਾਦ ਵਿੱਚ ਜੁੜੀਏ। ਵੇਖੀਏ ਰੱਬ ਜੀਆਂ ਨੇ ਜਿਹੜੀਆਂ ਇਹ ਦਾਤਾਂ ਦਿੱਤੀਆਂ ਹੋਈਆਂ ਹਨ, ਘਰ-ਬਾਰ, ਧੀਆਂ ਪੁੱਤਰ ਹਨ, ਇਹ ਜਗਤ ਨੂੰ ਜਿਉਣ ਵਾਸਤੇ ਸਹਾਇਕ ਹਨ। ਇਹ ਮੰਜ਼ਿਲ ਨਹੀਂ ਹੈ, ਇਸ ਦੀ ਵੀ ਮੰਜ਼ਿਲ ਨਹੀਂ ਹੈ, ਤਾਂ ਜਗਤ ਨੂੰ ਜਿਉਣ ਵਾਸਤੇ ਸਹਾਇਕ ਜ਼ਰੂਰ ਹੋ ਸਕਦੀਆਂ ਹਨ। ਇਹਨਾਂ ਵਿੱਚ ਵਿਚਰਦਿਆਂ ਹੋਇਆਂ ਧਿਆਨ ਆਪਣੀ ਮੰਜ਼ਿਲ ਦੇ ਵੱਲ ਰੱਖਣਾ ਹੈ। ਸ਼ਾਮ ਦੇ ਵੇਲੇ ਬੈਠ ਕੇ ਬਾਣੀ ਪੜ੍ਹਦਿਆਂ ਧਿਆਨ ਕਰਨਾ ਹੈ। ਭਈ ਪ੍ਰਾਪਤ ਮਾਨੁਖ ਦੀ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਪਦੇ ਵੱਲ ਧਿਆਨ ਭਾਈ ਰੱਖਣਾ ਹੈ।
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਗਤ ਦੇ ਅੰਦਰ ਉਦਾਸ ਰਹੇ ਹਨ। ਉਦਾਸ ਤੋਂ ਭਾਵ ਐਸੇ ਨਹੀਂ ਵੀ ਜਗਤ ਵਿੱਚ ਚੁੱਪੀ ਕਰ ਗਏ ਹੋਣਗੇ। ਮਹਾਰਾਜ ਜਗਤ ਦੇ ਅੰਦਰ ਜਿਨ੍ਹਾਂ ਨੇ ਭਾਵ ਰਾਜ ਵੀ ਭੋਗਿਆ, ਸੰਸਾਰ ਦੇ ਅੰਦਰ ਨਿਰੰਕਾਰ ਦੇ ਘਰ ਵੱਲ ਵੀ ਜੁੜੇ ਹਨ। ਇਸੀ ਹੇਤ ਤੇ ਦੂਸਰ ਚਰਨਾ, ਭਾਈ ਇਸੇ ਤਰ੍ਹਾਂ ਦੂਸਰੇ ਚਰਨਾਂ ਤੋਂ ਖੋਲ ਅਰਥ ਨੀਕੀ ਬਿਦ ਬਰਨਾ, ਔਰ ਅਰਥਾਂ ਨੂੰ ਭਾਈ ਖੋਲਿਆ ਹੈ। ਰਹੇ ਜਗਤ ਜਲ ਪਦਮ ਵਿਚਾਰ, ਔਰ ਜਿਸ ਪ੍ਰਕਾਰ ਕਵਲ ਪਾਣੀ ਵਿੱਚ ਰਹਿੰਦਾ ਹੈ, ਜਾਂ ਤੇ ਕਰ ਲੀਜੈ ਨਿਰਧਾਰ। ਭਾਈ ਇਸ ਪ੍ਰਕਾਰ ਤੁਸੀਂ ਇਹ ਨਿਰਣਾ ਕਰ ਲਵੋ। ਦੋਹਰਾ ਅਤ ਉਦਾਰ ਇਹ ਨਿਰਪਤ ਹੈ, ਭਇਓ ਇੰਦਰ ਅਵਤਾਰ। ਰਾਜ ਇਸ ਪ੍ਰਕਾਰ ਰਾਜੇ ਹਨ ਜਿਵੇਂ ਭਾਵ ਰਾਜਾ ਇੰਦਰ ਹੋਇਆ। ਐਸੇ ਉਪਮਾ ਉਰ ਲਖੋ ਜਨ ਕਹਿ ਕੀ ਸੁਖਕਾਰ। ਔਰ ਮਹਾਰਾਜੀਆਂ ਦੇ ਭਾਈ ਇਹ ਵੱਡੀ ਤੁਸੀਂ ਉਪਮਾ ਆਪਣੇ ਹਿਰਦੇ ਅੰਦਰ ਸੁਖ ਦੇਣ ਵਾਲੀ ਲਖ ਲਵੋ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਐਸੀ ਵੱਡੀ ਉਪਮਾ। ਸੁਨ ਸ਼ਰੋਤਾ ਹਰਖਤ ਭਏ ਮਨ ਸੰਦੇਹ ਮਿਟਾਏ। ਹੁਣ ਜਿਹੜੇ ਸਰੋਤਾ ਜਨ ਸਾਵਧਾਨ ਦੇ ਨਾਲ ਸਤਿਗੁਰੂ ਮਹਾਰਾਜ ਜੀਆਂ ਦੀ ਸੁਖ ਦੇਣ ਵਾਲੀ ਕਥਾ ਨੂੰ ਜੋ ਸਰਵਣ ਕਰ ਰਹੇ ਹਨ ਭਾਈ, ਜੋ ਕਿਸੇ ਦੇ ਹਿਰਦੇ ਦੇ ਅੰਦਰ ਭਾਈ ਸ਼ੰਕਾ ਪੈਦਾ ਹੋਇਆ, ਭਾਈ ਉਹ ਸ਼ੰਕਾ ਮਿਟ ਗਿਆ। ਭਇਓ ਧਿਆਏ ਪੂਰਨ ਅਬੈ ਪੜਤ ਸੁਨਤ ਸੁਖਦਾਏ। ਭਾਈ ਹੁਣ ਇਹ ਅਧਿਆਏ ਸੰਪੰਨ ਹੋਇਆ ਹੈ, 37ਵਾਂ ਅਧਿਆਏ। ਭਇਓ ਧਿਆਏ ਪੂਰਨ ਅਬੈ, ਹੁਣ ਇਹ 37ਵਾਂ ਅਧਿਆਏ ਸੰਪੰਨ ਹੋਇਆ ਹੈ। ਪੜਤ ਸੁਨਤ ਸੁਖਦਾਏ, ਇਹ ਸੁਖ ਪੜਨ ਵਾਲੇ ਤਥਾ ਸੁਣਨ ਵਾਲੇ ਨੂੰ ਜੋ ਸੁਖ ਦੇਣ ਵਾਲਾ ਹੈ। ਕਿਉਂਕਿ ਜਿਹੜੀ ਸ਼ੰਕਾ ਹਿਰਦੇ ਦੇ ਅੰਦਰ ਕਿਸੇ ਪ੍ਰਥਾਏ ਪੈਦਾ ਹੋ ਜਾਏ, ਫਿਰ ਉੱਥੇ ਪ੍ਰੇਮ ਨਹੀਂ ਵੱਜਣ ਦਿੰਦੀ, ਪ੍ਰੇਮ ਦੀ ਗੰਢ ਨਹੀਂ ਵੱਜਣ ਦਿੰਦੀ। ਸੰਸਾਰ ਦੇ ਅੰਦਰ ਮਾਲਕ ਜੀਆਂ ਨੇ ਆਪਾਂ ਨੂੰ ਸੋਹਣੇ ਨੇਤਰ ਦਿੱਤੇ ਹਨ ਵੇਖਣ ਵਾਸਤੇ। ਚਲਦਿਆਂ ਚਲਦਿਆਂ ਕਿਤੇ ਅੱਖ ਦੇ ਅੰਦਰ ਛੋਟਾ ਜਿਹਾ ਕੋਈ ਕਣ, ਧੂੜ ਮਿੱਟੀ ਦਾ ਕਣ ਕੁਛ ਪੈ ਜਾਏ, ਜਿਨ੍ਹਾਂ ਨਾਲ ਸੋਹਣਾ ਸੰਸਾਰ ਵੇਖੀਦਾ ਇੱਕੋ ਦਮ ਧੁੰਦਲਾ ਧੁੰਦਲਾ ਦਿਖਾਈ ਦੇਣ ਲੱਗ ਗਿਆ। ਹੁਣ ਐਸਾ ਤਾਂ ਨਹੀਂ ਵੀ ਸੰਸਾਰ ਹੀ ਧੁੰਦਲਾ ਦਿਖਾਈ ਦੇਣ, ਸੰਸਾਰ ਹੀ ਧੁੰਦਲਾ ਹੋ ਗਿਆ, ਐਸਾ ਤਾਂ ਨਹੀਂ ਹੈ। ਜੇ ਕੋਈ ਕਹਿ ਦਵੇ ਹੁਣ ਜਿਸ ਦੀ ਅੱਖ ਵਿੱਚ ਕੱਖ ਪਿਆ ਹੈ, ਉਹ ਕਹਿ ਦਵੇ ਵੀ ਸੰਸਾਰ ਧੁੰਦਲਾ, ਭਾਈ ਸੰਸਾਰ ਧੁੰਦਲਾ ਨਹੀਂ ਸੱਜਣਾ, ਤੇਰੀ ਅੱਖ ਦੇ ਅੰਦਰ ਹੁਣ ਕੱਖ ਪਿਆ ਹੈ। ਭਾਵ ਸੰਸਾਰ ਤਾਂ ਉਸੇ ਤਰ੍ਹਾਂ ਹੈ, ਗੁਰੂ ਉਸੇ ਤਰ੍ਹਾਂ ਹੈ। ਜੇ ਹਿਰਦੇ ਅੰਦਰ ਉਤਪੰਨ ਹੋਇਆ ਭਾਈ, ਸ਼ੱਕ ਰੂਪੀ ਕੱਖ ਤੇਰੇ ਹਿਰਦੇ ਅੰਦਰ ਆ ਗਿਆ ਹੈ, ਜੋ ਤੈਨੂੰ ਸਾਫ਼ ਤੌਰ ਤੇ ਤੈਨੂੰ ਗੁਰੂ ਦੇ ਪ੍ਰਤੀ ਵੇਖਣ ਨਹੀਂ ਦਿੰਦਾ। ਅਰਦਾਸ ਬੇਨਤੀ ਇਹੋ ਕਿ ਹਿਰਦੇ ਅੰਦਰ ਪੂਰਨ ਸ਼ਰਧਾ ਪ੍ਰੇਮ ਸਹਿਤ ਮਾਲਕ ਜੀਆਂ ਦੇ ਦੀਦਾਰ ਪਾ ਸਕੀਏ, ਪਾਵਨ ਪਵਿੱਤਰ ਗੁਰੂ ਕੀ ਬਾਣੀ ਪੜ ਸਕੀਏ, ਮਾਲਕ ਜੀਆਂ ਦੇ ਨਾਲ ਪੂਰਨ ਇਹ ਪ੍ਰੇਮ ਪ੍ਰਤੀਤੀ ਬਣ ਜਾਵੇ। ਸ੍ਰੀ ਬਾਲਾ ਸੰਧੂਰ ਵਾਚ ਤੋਟਕ ਛੰਦ, ਗੁਰ ਨਾਨਕ ਧਿਆਨ ਸਦਾ ਕਰੀਏ। ਹੇ ਭਾਈ ਸਰੋਤਾ ਜਨੋ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਮੁਬਾਰਕ ਚਰਨ ਕਮਲਾਂ ਦਾ ਸਦੀਵੀ ਧਿਆਨ ਧਰੀਏ। ਭਵ ਬੰਧਨ ਮੈਂ ਪੁਨ ਨਾ ਭਰੀਏ। ਭਾਈ ਜਗਤ ਦੇ ਬੰਧਨਾਂ ਵਿੱਚ ਨਹੀਂ ਪਈਦਾ। ਸੁਖ ਸਾਗਰ ਰੂਪ ਉਜਾਗਰ ਜੋ ਸੁਖਾਂ ਦੇ ਵੱਡੇ ਸਾਗਰ ਹਨ। ਸਭ ਜੀਤਨ ਦੰਭ ਹੈ ਆਗਰ ਜੋ ਜਿਨ੍ਹਾਂ ਨੇ ਪਖੰਡ ਨੂੰ ਭਾਵ ਜਿੱਤ ਲਿਆ ਹੈ। ਦੁਖ ਦਾਰਿਦ ਦੋਖ ਨਿਕੰਦਨ ਹੈ ਜੋ ਦੁਖਾਂ ਨੂੰ ਦਲਣ ਵਾਲੇ ਹਨ। ਅਰਬਿੰਦ ਦੁਤੰਗ ਪਦ ਬੰਧਨ ਹੈ ਜਿਨ੍ਹਾਂ ਦੇ ਮੁਬਾਰਕ ਚਰਨ ਕਮਲਾਂ ਤੇ ਨਮਸਕਾਰ ਹੈ। ਸੁਖ ਕੰਦ ਮੁਕੰਦ ਗਿਆਨ ਕਨੰ, ਔਰ ਜਿਹੜੇ ਸੁਖਾਂ ਦੇ ਦਾਤੇ ਹਨ, ਮੁਕਤੀ ਦੇ ਦਾਤੇ ਹਨ, ਔਰ ਗਿਆਨ ਰੂਪੀ ਜੋ ਬੱਦਲ ਹਨ। ਸ਼ਰਨਾਗਤ ਕੇ ਅਗ ਓਗ ਹਨੰ, ਜਿਹੜਾ ਸ਼ਰਨ ਆਇਆਂ ਦੇ ਭਾਵ ਜਿਹੜੇ ਪਾਪ ਇਤਿਆਦਿਕ ਨੂੰ ਦਲੜ ਦਿੰਦੇ ਹਨ। ਭਵ ਮੈਂ ਭਵ ਕਾਰਨ ਜਾਹੇ ਤਰਾ। ਇਹ ਭਾਈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਭਵ ਮੈਂ ਭਵ ਕਾਰਨ ਜਾਹੇ ਤਰਾ, ਜਿਨ੍ਹਾਂ ਨੇ ਜਗਤ ਦੇ ਅੰਦਰ ਜਿਸ ਕਾਰਨ ਜਨਮ ਲਿਆ ਹੈ, ਜਿਸ ਕਾਰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਅਵਤਰਨ ਹੋਏ ਹਨ। ਅਬ ਚਾਹਿਤ ਤਾਹੇ ਸਪੂਰ ਕਰਾ। ਹੁਣ ਮਹਾਰਾਜ ਜੀ ਚਾਹੁੰਦੇ ਹਨ ਕਿ ਹੇ ਭਾਈ ਉਹ ਜਿਹੜੇ ਕਾਰਜ ਹਨ
ਉਹਨਾਂ ਕਾਰਜਾਂ ਨੂੰ ਭਾਈ ਜਗਤ ਦੇ ਅੰਦਰ ਅਸੀਂ ਹੁਣ ਪੂਰਾ ਕਰ ਸਕੀਏ ਜਿਨ੍ਹਾਂ ਕਾਰਨਾਂ ਲਈ ਅਸੀਂ ਜਗਤ ਵਿੱਚ ਆਏ ਹਾਂ। ਮਦ ਮੰਦ ਨਿਰੇ ਨਰ ਪੂਰ ਭਰਿਓ। ਵੇਖਿਆ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਮੂਰਖਾਂ ਦੇ ਭਾਵ ਟੋਲਿਆਂ ਦੇ ਨਾਲ ਨਰਕ ਭਰੇ ਪਏ ਹਨ। ਵੇਖ ਲਿਆ ਜਗਤ ਦੇ ਅੰਦਰ ਬਿਖ ਕੈ ਹਰ ਕੀਰਤ ਸੇਤ ਕਰਿਓ। ਔਰ ਮਹਾਰਾਜ ਜੀਆਂ ਨੇ ਕੀਰਤੀ ਰੂਪੀ ਪੁਲ ਬਣਾਇਆ ਹੈ, ਕੀਰਤਨ ਰੂਪੀ ਪੁਲ ਬਣਾਇਆ ਹੈ। ਭਾਈ ਗੁਰੂ ਕੇ ਸਿੱਖੋ, ਕੀਰਤਨ ਰੂਪੀ ਪੁਲ ਦੇ ਉੱਪਰ ਚੜ ਕੇ ਇਸ ਕੁੰਭੀ ਨਰਕ ਤੋਂ ਪਾਰ ਹੋ ਜਾਈਦਾ ਹੈ ਉਹਦੀ ਕੀਰਤੀ ਕਰਕੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੋਹਾ ਟੁੱਟ ਜਾਏ, ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬਚਨ ਹਨ। ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਕਹਿਹਾਂ ਟੁੱਟ ਜਾਏ, ਕੰਚਨ ਟੁੱਟ ਜਾਏ, ਲੋਹਾਰ ਕੋਲ ਜਾਓ, ਸੁਨਿਆਰ ਵੀਰ ਕੋਲ ਜਾਓ, ਉਹ ਅੱਗ ਦੀ ਸਹਾਇਤਾ ਨਾਲ ਗੰਢ ਤਰੁੱਪ ਕਰ ਦਿੰਦਾ ਹੈ। ਹੁਣ ਤਾਂ ਚਲੋ ਵੈਲਡਿੰਗ ਸੈੱਟ ਨੇ, ਵੈਲਡਿੰਗ ਸੈੱਟ ਦੀ ਸਹਾਇਤਾ ਦੇ ਨਾਲ ਜੇ ਲੋਹਾ ਟੁੱਟ ਗਿਆ, ਉੱਥੇ ਗਏ ਖਰਾਦ ਤੇ ਗਏ, ਉਹਨਾਂ ਉਹਦੀ ਸਹਾਇਤਾ ਨਾਲ ਜੋੜ ਪਾ ਦਿੱਤਾ। ਪੁਰਾਣੇ ਸਮੇਂ ਲੋਹੇ ਨੂੰ ਢਾਲ ਕੇ ਆਪਸ ਵਿੱਚ ਮਿਕਸ ਕਰਕੇ ਫਿਰ ਠੰਡਾ ਕਰ ਦਿੱਤਾ ਜਾਂਦਾ ਸੀ। ਇਸ ਪ੍ਰਕਾਰ ਜਿਹੜਾ ਉਹ ਗੰਢ ਤਰੁੱਪ ਹੁੰਦੀ ਸੀ। ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਤੇ ਪੌੜੀ ਦੇ ਪਾਵਨ ਪਵਿੱਤਰ ਉੱਥੇ ਬਚਨਾਂ ਦੇ ਅਖੀਰ ਤੇ ਮਹਾਰਾਜ ਜੀਆਂ ਨੇ ਬਚਨ ਕਹੇ, ਹੈ ਭਾਈ ਗੁਰੂ ਕੇ ਸਿੱਖੋ, ਜੇ ਰੱਬ ਦੇ ਘਰ ਨਾਲੋਂ ਟੁੱਟ ਗਈ ਕਿਵੇਂ ਜੋੜ ਪਏਗਾ? ਸਿਫਤੀ ਗੰਢ ਪਵੈ ਦਰਬਾਰ। ਮਾਲਕ ਜੀ ਦੀ ਸਿਫਤ ਨੂੰ ਗਾ, ਅੱਜ ਵੀ ਗਾ, ਕੱਲ ਵੀ ਗਾ, ਸਦੀਵੀ ਗਾ, ਪ੍ਰੇਮ ਨਾਲ ਗਾ। ਸਿਫਤੀ ਗੰਢ ਪਵੈ ਦਰਬਾਰ, ਉਹਦੇ ਦਰਬਾਰ ਦੇ ਨਾਲ ਸਿਫਤਾਂ ਨੂੰ ਗਾ ਗਾ ਕੇ ਉਹਦਾ ਤੇਰਾ ਟੁੱਟੇ ਹੋਏ ਦਾ ਜੋੜ ਪੈ ਜਾਏਗਾ। ਜਿਵੇਂ ਲੋਹੇ ਦਾ ਜੋੜ ਪੈ ਗਿਆ, ਤੇਰਾ ਵੀ ਜੋੜ ਪੈ ਜਾਏਗਾ। ਜਿਹਨੂੰ ਬਾਬਾ ਫਰੀਦ ਸਾਹਿਬ ਜੀ ਇਉਂ ਕਹਿੰਦੇ ਹਨ, ਜੇ ਜਾਣਾ ਲੜ ਛੀਜਣਾ, ਪੀੜੀ ਪਾਈ ਗੰਢ, ਤੈਂ ਜੇ ਵਡ ਮੈਂ ਨਾਹੀ ਕੋ, ਸਭ ਜਗ ਡਿਠਾ ਹੰਡ। ਜਿਹਨੂੰ ਬਾਬਾ ਕਬੀਰ ਸਾਹਿਬ ਜੀ ਇਉਂ ਕਹਿੰਦੇ ਹਨ, ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਣੈ, ਕਬੂ ਕੈ ਸੁਣੈ ਪੁਕਾਰ। ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਆਸਾ ਰਾਗ ਵਿੱਚ ਇਉਂ ਅੰਕਿਤ ਕਰਦੇ ਹਨ, ਜੇ ਦਰ ਮੰਗਤ ਕੂਕ ਕਰੇ, ਮੈਲੀ ਖਸਮ ਸੁਣੇ, ਭਾਵੇਂ ਧੀਰਕ ਭਾਵੇਂ ਧੱਕੇ, ਏਕ ਵਡਾਈ ਦੇ। ਕਹਿੰਦੇ ਦਰਵਾਜ਼ੇ ਤੇ ਭਿਖਾਰੀ ਖਲੋਤਾ ਸੀ, ਉਹਨੇ ਬਾਹਰੋਂ ਸੱਦ ਦਿੱਤੀ ਕਿ ਹੇ ਘਰ ਦਿਓ ਮਾਲਕੋ, ਮੈਨੂੰ ਕੁਝ ਪਾਓ। ਜੇ ਦਰ ਮੰਗਤ ਕੂਕ ਕਰੇ, ਮੈਲੀ ਖਸਮ ਸੁਣੇ। ਮਹਿਲਾਂ ਵਿੱਚ ਖਸਮ ਨੇ ਆਵਾਜ਼ ਸੁਣ ਲਈ। ਹੁਣ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੁਣ ਇਹ ਮਾਲਕ ਦੀ ਮਰਜ਼ੀ ਹੈ, ਭਾਵੇਂ ਧੱਕੇ ਮਾਰੇ ਭਾਵੇਂ ਹੁਣ ਖੈਰ ਪਾਏ, ਸਾਡਾ ਦੋਵਾਂ ਵਿੱਚ ਭਲਾ ਹੈ। ਜੇ ਖੈਰ ਮਿਲ ਗਈ ਤਾਂ ਵਾਹ ਭਲਾ, ਜੇ ਧੱਕੇ ਮਾਰੇ ਘੱਟੋ ਘੱਟ ਉਹਦੇ ਪਵਿੱਤਰ ਹੱਥ ਤਾਂ ਪਾਪੀ ਸਰੀਰ ਨੂੰ ਲੱਗਣਗੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਖੈਰ ਪੈ ਗਈ ਤਾਂ ਵਾਹ ਭਲਾ, ਤੇ ਨਹੀਂ ਤਾਂ ਘੱਟੋ ਘੱਟ ਧੱਕੇ ਮਾਰਨ ਲੱਗਿਆ ਪਵਿੱਤਰ ਹੱਥ ਤਾਂ ਲਾਉਣਗੇ। ਜੇ ਦਰ ਮੰਗਤ ਕੂਕ ਕਰੇ, ਮੈਲੀ ਖਸਮ ਸੁਣੇ, ਭਾਵੇਂ ਧੀਰਕ ਭਾਵੇਂ ਧੱਕੇ, ਏਕ ਵਡਾਈ ਦੇ। ਦੋਵਾਂ ਵਿੱਚੋਂ ਕੁਝ ਤਾਂ ਮਿਲੇਗਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਕਾਰਨਾਂ ਲਈ ਜਗਤ ਦੇ ਅੰਦਰ ਅਵਤਾਰ ਧਰਿਆ, ਉਹ ਕਾਰਜਾਂ ਨੂੰ ਪੂਰਾ ਕਰਨ ਵਾਸਤੇ ਸੋਚਣ ਲੱਗੇ। ਦੇਹ ਉਪਰ ਪਾਰ ਪਰੇ ਨਰ ਸੋ। ਇਹ ਭਾਈ ਮਾਲਕ ਦੀ ਕੀਰਤੀ ਰੂਪੀ ਪੁਲ ਤੇ ਚੜ ਕੇ ਜਿਹੜੇ ਭਾਵ ਨਰ ਪਾਰ ਹੋਏ ਹਨ, ਪਦ ਪੰਕਜ ਸੇਵਤ ਜੋਇ ਰਸੋ। ਹਾਂ, ਜਿਹੜੇ ਪ੍ਰੇਮ ਸਹਿਤ ਮਾਲਕ ਜੀਆਂ ਦੇ ਚਰਨਾਂ ਨੂੰ ਪਰਸਦੇ ਹਨ। ਗੁਰ ਰੂਪ ਵਿਖੈ ਨਿਤ ਧਿਆਨ ਧਰੈ। ਇਹ ਭਾਈ ਗੁਰੂ ਦੇ ਮੁਬਾਰਕ ਪਵਿੱਤਰ ਸਵਰੂਪ ਦੇ ਜਿਨ੍ਹਾਂ ਨੇ ਹਿਰਦੇ ਅੰਦਰ ਦੀਦਾਰ ਧਰੇ, ਨਿਰਸੰਸ ਪਏ ਜਮ ਤੇ ਨਾ ਡਰੈ। ਉਹ ਨਿਰੇ ਸੰਸੇ ਰਹਿ ਹੋ ਗਏ ਤੇ ਜਮਾਂ ਦਾ ਡਰ ਭਾਵ ਉਹਨਾਂ ਨੂੰ ਕੁਛ ਨਹੀਂ ਕਹਿੰਦਾ। ਦੋਹਰਾ ਨਿਕਸੇ ਪੁਰ ਸੁਲਤਾਨ ਤੇ, ਮਰਦਾਨਾ ਸੰਗ ਲੀਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਭਾਈ ਮਰਦਾਨੇ ਜੀ ਨੂੰ ਨਾਲ ਲਿਆ। ਚੱਲ ਮਰਦਾਨਿਆ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਨਾਲ ਲੈ ਕੇ ਭਾਈ ਮਰਦਾਨਾ ਸਾਹਿਬ ਜੀਆਂ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ
ਸੁਲਤਾਨਪੁਰ ਨਗਰੀ ਨੂੰ ਮਹਾਰਾਜ ਅਲਵਿਦਾ ਕਹਿੰਦੇ ਹਨ। ਕਮਲਾਨਨ ਤੇ ਬਚਪਨੇ ਸ੍ਰੀ ਗੁਰ ਪਰਮ ਪ੍ਰਬੀਨ। ਔਰ ਮੁਬਾਰਕ ਬਚਨਾਂ ਦੇ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇਹ ਬੋਲ ਭਾਈ ਮਰਦਾਨਾ ਸਾਹਿਬ ਜੀਆਂ ਨੂੰ ਕਈ ਨਾਲ ਲਿਆ ਹੈ। ਭਾਈ ਮਰਦਾਨਾ ਜੀ ਨੂੰ ਤੋਟਕ ਛੰਦ ਚੱਲ ਬੇਚਿਤ ਚਾਹਤ ਹੋ ਕਿਤ ਕੋ। 10ਵੇਂ ਮਰਦਾਨਿਆ ਕਿੱਧਰ ਨੂੰ ਚੱਲੀਏ? ਹੁਣ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਸਾਥੀ ਨੂੰ ਪੁੱਛਦੇ ਨੇ, ਦੱਸੋ ਮਰਦਾਨਾ ਜੀ ਕਿਹੜੇ ਪਾਸੇ ਨੂੰ ਆਪਾਂ ਚੱਲੀਏ? ਅਬ ਦੇਹੋਂ ਬਤਾਏ ਚਲੈ ਤਿਤ ਕੋ। ਤੁਸੀਂ ਦੱਸੋ ਸੀ ਆਪਾਂ ਉਧਰ ਨੂੰ ਹੀ ਚੱਲਦੇ ਹਾਂ। ਨਿਜ ਦਾਸ ਉਦਾਰਨ ਕਾਜ ਚੱਲੇ। ਆਪਾਂ ਚੱਲੇ ਹਾਂ ਦਾਸਾਂ ਦਾ ਉਧਾਰ ਕਰਨ ਵਾਸਤੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਿੱਧ ਗੋਸ਼ਟ ਦੀ ਬਾਣੀ ਅੰਦਰ ਬਚਨ ਆਉਂਦੇ ਹਨ। ਮਹਾਰਾਜ ਜੀਆਂ ਨੇ ਜਦੋਂ ਸਿੱਧਾਂ ਨੂੰ ਪੁੱਛਿਆ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਨੇ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਜਦੋਂ ਮਹਾਰਾਜ ਜੀ ਨੇ ਇੰਨੀ ਗੱਲ ਉਹਨਾਂ ਨੂੰ ਪੁੱਛੀ, ਉਹਨਾਂ ਨੇ ਮਹਾਰਾਜ ਜੀਆਂ ਤੋਂ ਫਿਰ ਦੁਬਾਰਾ ਪੁੱਛ ਲਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦੇ ਤੁਸੀਂ ਸਾਨੂੰ ਭਗੌੜਾ ਕਹਿ ਰਹੇ ਹੋ, ਤੁਸੀਂ ਵੀ ਤਾਂ ਸੰਸਾਰ ਵਿੱਚੋਂ ਆਏ ਹੋ, ਤੁਸੀਂ ਸਾਨੂੰ ਦੱਸੋ ਤੁਸੀਂ ਕਿਉਂ ਆਏ ਹੋ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਅੱਜ ਬਾਬਾ ਜੀ ਤੁਰਨ ਲੱਗੇ ਹਨ, ਇੱਥੇ ਭਾਈ ਸਾਹਿਬ ਜੀਆਂ ਨੇ ਅੰਕਿਤ ਵੀ ਕੀਤਾ। ਮਹਾਰਾਜ ਜੀ ਲੱਗੇ ਕਹਿਣ ਆਪਾਂ ਦਾਸਾਂ ਦਾ ਭਲਾ ਕਰਨ ਜਾਣਾ ਹੈ। ਉਹਨਾਂ ਮਹਾਰਾਜ ਜੀਆਂ ਨੂੰ ਪੁੱਛਿਆ ਸਤਿਗੁਰੂ ਅਸੀਂ ਤਾਂ ਚਲੋ ਘਰੋਂ ਆਏ, ਤੁਸੀਂ ਕਿਉਂ ਆਏ ਹੋ? ਮਹਾਰਾਜ ਜੀ ਦਾ ਉੱਤਰ ਸੀ ਗੁਰਮੁਖ ਖੋਜਤ ਭਏ ਉਦਾਸੀ। ਮੈਂ ਤਾਂ ਗੁਰਮੁਖਾਂ ਦੀ ਭਾਲ ਵਿੱਚ ਆਇਆ ਹਾਂ। ਦਰਸ਼ਨ ਕੈ ਤਾਈ ਭੇਖ ਨਿਵਾਸੀ। ਮੈਂ ਤਾਂ ਉਹਨਾਂ ਦੇ ਦਿਦਾਰਿਆਂ ਵਾਸਤੇ ਆਇਆ ਹਾਂ। ਮਹਾਰਾਜ ਜੀਆਂ ਤੋਂ ਪਹਿਲਾਂ ਵੀ ਭਾਵਨਾ ਵਾਲੇ ਬਾਬਾ ਕਬੀਰ ਸਾਹਿਬ ਜੀ ਕਾਸ਼ੀ ਦੀ ਧਰਤੀ ਤੇ ਬੈਠੇ ਹਨ। ਮੁਬਾਰਕ ਪਾਵਨ ਪਵਿੱਤਰ ਬੋਲ ਬਾਬਾ ਫਰੀਦ ਸਾਹਿਬ ਜੀਆਂ ਦੇ ਪਾਕਪਟਨ ਦੀ ਧਰਤੀ ਤੇ ਹਨ। ਭਗਤ ਸੈਣ ਜੀਆਂ ਦੇ ਬੋਲ ਭਗਤ ਨਾਮਦੇਵ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਖ-ਵੱਖ ਥਾਵਾਂ ਤੋਂ ਲਿਆ ਕੇ ਉਹਨਾਂ ਨੇ ਇਕੱਤਰ ਕੀਤੀ। ਮਹਾਰਾਜ ਜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬੋਲ ਇਕੱਤਰ ਕੀਤੇ। ਚਲੋ ਮਰਦਾਨਾ ਜੀ ਆਪਾਂ ਚੱਲੀਏ। ਦੱਸ ਜਾਣਾ ਕਿਹੜੇ ਪਾਸੇ ਹੈ ਮਰਦਾਨਾ? ਤੁਸੀਂ ਨਾਲ ਚੱਲੋ, ਆਪਾਂ ਆਪਣੇ ਦਾਸਾਂ ਦਾ ਉਧਾਰ ਕਰਨਾ ਹੈ। ਬਹੁ ਮਾਨਵ ਕੇ ਜਿਨ ਦੁਖ ਦਲੇ। ਇਹ ਮਨੁੱਖ ਦੁੱਖਾਂ ਦੇ ਅੰਦਰ ਦਲੇ ਹੋਏ ਹਨ। ਦੁਵਈਆ ਛੰਦ ਕਹਿ ਮਰਦਾਨਾ ਜਿਤ ਨਿਜ ਇੱਛਾ ਗੱਛੋ ਸੁਵੱਛ ਸਰੀਰਾ। ਹੇ ਸਤਿਗੁਰੂ ਜੀ ਜਿੱਧਰ ਤੁਹਾਡੀ ਖੁਸ਼ੀ ਹੋਵੇ, ਹੇ ਸੁੰਦਰ ਸਰੀਰ ਵਾਲੇ ਸਤਿਗੁਰੂ ਜੀ ਜਿੱਧਰ ਆਪ ਜੀ ਦੀ ਇੱਛਾ ਹੋਵੇ। ਆਗੇ ਤਵ ਪਾਛੈ ਹਉ ਚਲ ਹਉ ਸ਼੍ਰੀ ਪ੍ਰਭ ਗੁਨੀ ਗਹੀਰਾ। ਮਹਾਰਾਜ ਜੀਆਂ ਨੂੰ ਕੀ ਆਖਿਆ? ਸਤਿਗੁਰੂ ਜੀ ਅੱਗੇ ਤੁਸੀਂ ਹੋ, ਜਿੱਧਰ ਜਿੱਧਰ ਤੁਸੀਂ ਚੱਲੋਗੇ ਪਿੱਛੇ ਪਿੱਛੇ ਮੈਂ ਚੱਲਾਂਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਸਿੱਖ ਕਹਿੰਦਾ ਮਹਾਰਾਜ ਤੁਸੀਂ ਪਿੱਛੇ ਚੱਲੋ, ਮੈਂ ਅੱਗੇ ਲੱਗ ਕੇ ਤੁਰਨਾ। ਤੁਹਾਨੂੰ ਨਹੀਂ ਪਤਾ ਮਰਿਆਦਾ ਕੀ ਹੁੰਦੀ ਹੈ, ਮੈਂ ਦੱਸਦਾ ਹਾਂ ਮਰਿਆਦਾ ਕੀ ਹੈ। ਭਾਈ ਮਰਦਾਨਾ ਸਾਹਿਬ ਕਹਿਣ ਲੱਗੇ ਮਾਲਕ ਜੀ ਅੱਗੇ ਅੱਗੇ ਤੁਸੀਂ ਹੋ, ਪਿੱਛੇ ਪਿੱਛੇ ਮੈਂ ਹਾਂ। ਸਿੱਖ ਨੇ ਹਮੇਸ਼ਾ ਏਦਾਂ ਹੀ ਚੱਲਣਾ ਹੈ। ਸ਼ਬਦ ਸੁਰਤ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਹੈ, ਚੇਲਾ ਕੀ ਹੈ? ਸੁਰਤ ਹੈ। ਹੁਣ ਅੱਗੇ ਕਿਸ ਨੇ ਲੱਗਣਾ ਹੈ? ਸ਼ਬਦ ਰੂਪੀ ਗੁਰੂ ਨੇ ਅੱਗੇ ਲੱਗਣਾ ਹੈ, ਚੇਲਾ ਪਿੱਛੇ ਰਹੇਗਾ। ਭਗਤ ਨਾਮਦੇਵ ਸਾਹਿਬ ਜੀਆਂ ਨੇ ਜਦੋਂ ਇਹ ਬਚਨ ਅੰਕਿਤ ਕੀਤੇ, ਸੋਇਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿਤ ਹਰਸਿਓ ਲਾਗਾ। ਸੋਇਨੇ ਕੀ ਸੂਈ, ਸੋਨੇ ਦੀ ਸੂਈ ਕਿਹੜੀ? ਗੁਰੂ ਦਾ ਸ਼ਬਦ। ਜਿੱਧਰ ਸੂਈ ਜਾਏ ਧਾਗਾ ਪਿੱਛੇ ਜਾਏਗਾ ਨਾ। ਇਦਾਂ ਤਾਂ ਨਹੀਂ ਵੀ ਧਾਗਾ ਅੱਗੇ ਲੱਗੇਗਾ ਸੂਈ ਨੂੰ ਕਹੇ ਚੱਲ ਮੇਰੇ ਪਿੱਛੇ, ਇਦਾਂ ਤਾਂ ਨਹੀਂ ਹੈ। ਸੂਈ ਨੇ ਰਸਤਾ ਦੱਸਣਾ ਹੈ ਧਾਗੇ ਨੂੰ, ਧਾਗੇ ਨੇ ਉਸ ਪਾਸੇ ਜਾਣਾ ਹੈ। ਗੁਰੂ ਨੇ ਸੁਰਤ ਨੂੰ ਰਸਤਾ ਦੱਸਣਾ ਹੈ, ਸ਼ਬਦ ਨੇ ਸੁਰਤ ਸਿੱਖ ਨੂੰ ਰਸਤਾ ਦੱਸਣਾ ਹੈ। ਭਾਈ ਆ ਰਸਤਾ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਭਾਈ ਮਰਦਾਨਾ ਜੀ ਲੱਗੇ ਕਹਿਣ ਮਹਾਰਾਜ ਅੱਗੇ ਅੱਗੇ ਤੁਸੀਂ ਹੋ, ਮੈਂ ਤਾਂ ਪਿੱਛੇ ਪਿੱਛੇ ਚੱਲਾਂਗਾ।
ਜਗ ਗੁਰ ਕਹੈ ਏਮਨਾਬਾਦ ਏਕ ਨਗਰ ਔਰ ਲਖੀਏ। ਮਹਾਰਾਜ ਕਹਿਣ ਲੱਗੇ ਇੱਕ ਨਾ ਪਿੰਡ ਹੈ ਏਮਨਾਬਾਦ। ਭਾਈ ਮਰਦਾਨਾ ਜੀ ਆਪਾਂ ਉੱਥੇ ਨਾ ਚੱਲੀਏ, ਏਮਨਾਬਾਦ ਆਪਾਂ ਜਾਣਾ ਹੈ। ਤਹਿਤ ਖਾਨ ਇੱਕ ਲਾਲੋ ਬਸਈ ਚਲੋ ਪ੍ਰਾਕ ਤੇ ਪਿਖੀਏ। ਉੱਥੇ ਇੱਕ ਭਾਈ ਲਾਲੋ ਰਹਿੰਦਾ ਹੈ, ਆਪਾਂ ਉਹਦੇ ਕੋਲ ਜਾਣਾ ਹੈ। ਪਿੰਡ ਹੈ ਏਮਨਾਬਾਦ, ਭਾਈ ਲਾਲੋ ਉੱਥੇ ਰਹਿੰਦਾ ਹੈ, ਆਪਾਂ ਉਹਨਾਂ ਕੋਲ ਜਾਵਾਂਗੇ। ਇਹ ਬਿਦ ਕਹਿ ਕਰ ਕਮਲ ਬਦਨ ਤੇ ਮੰਦ ਮੰਦ ਗਤ ਜਾਏ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਬਚਨਾਂ ਦੇ ਨਾਲ ਇੰਨੇ ਸ਼ਬਦ ਕਹਿ ਕੇ ਭਾਈ ਮਰਦਾਨਾ ਸਾਹਿਬ ਨੇ ਵੀ ਹੀਲ ਹੁਜਤ ਨਾ ਕੀਤੀ। ਚਲੋ ਪਾਤਸ਼ਾਹ ਜਿੱਧਰ ਤੁਹਾਡੀ ਖੁਸ਼ੀ ਹੈ। ਹੌਲੀ ਹੌਲੀ ਬਚਨ ਬਿਲਾਸ ਕਰਦੇ ਮਹਾਰਾਜ ਜੀਆਂ ਦੇ ਨਾਲ ਭਾਈ ਮਰਦਾਨਾ ਸਾਹਿਬ ਜੀ ਤੁਰੇ ਹਨ। ਪਦਵੀ ਮੈਂ ਪਦ ਪੰਕਜ ਸੁੰਦਰ ਦਾਸ ਹਿਰਦੇ ਜੋ ਬਸਾਏ। ਸਤਿਗੁਰੂ ਮਹਾਰਾਜ ਜੀ ਪਾਕ ਪਾਵਨ ਪਵਿੱਤਰ ਚਰਨ ਕਮਲਾ ਸੰਗ ਮਹਾਰਾਜ ਜੀ ਉਧਰ ਨੂੰ ਤੁਰੇ। ਸਤਿਗੁਰੂ ਮਹਾਰਾਜ ਜੀਆਂ ਦੇ ਮੁਬਾਰਕ ਚਰਨ ਜੋ ਉਹਨਾਂ ਦੇ ਦਾਸ ਆਪਣੇ ਹਿਰਦੇ ਅੰਦਰ ਵਸਾਉਂਦੇ ਹਨ। ਬਾਸੁਰ ਦਸ ਸਪਤਮ ਮਹਿ ਪਹੁੰਚੇ ਨਗਰ ਏਮਨਾਬਾਦ। ਇਸ ਪ੍ਰਕਾਰ ਸਾਧ ਸੰਗਤ ਜੀਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਸਾਹਿਬ ਜੀ ਚਲਦਿਆਂ ਚਲਦਿਆਂ 17 ਦਿਨਾਂ ਦੇ ਅੰਦਰ ਸੁਲਤਾਨਪੁਰ ਦੀ ਧਰਤੀ ਤੋਂ ਐਮਨਾਬਾਦ ਦੀ ਧਰਤੀ ਤੇ ਲਗਭਗ ਕੋਈ 16-17 ਦਿਨ ਮਹਾਰਾਜ ਜੀਆਂ ਨੂੰ ਲੱਗੇ। ਉਸ ਨਗਰੀ ਵਿੱਚ ਪਹੁੰਚਦਿਆਂ ਗਏ ਸਦਨ ਤੇ ਦੋਖ ਨਿਕੰਦਨ ਸੇਵਕ ਦਾ ਅਹਿਲਾਦ। ਔਰ ਆਪਣੇ ਸੇਵਕਾਂ ਨੂੰ ਮਹਾਰਾਜ ਸੁਖ ਦੇਣ ਵਾਲੇ ਦਾਤਾ ਜੀ 17 ਦਿਨ ਲੱਗੇ ਸੁਲਤਾਨਪੁਰ ਲੋਧੀ ਤੋਂ ਨਗਰ ਦੇ ਅੰਦਰ ਜਾਂਦਿਆਂ। ਔਰ ਉਹ ਸੇਵਕ ਜਨ ਕਿੰਨਾ ਮਹਾਰਾਜ ਜੀਆਂ ਨੇ ਮਾਣ ਵਡਿਆਈ ਦਿੱਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਿਤਾ ਜੀ ਦਾ ਨਾਮ ਬਾਣੀ ਵਿੱਚ ਨਹੀਂ ਹੈ, ਮਾਤਾ ਜੀ ਦਾ ਨਾਮ ਬਾਣੀ ਵਿੱਚ ਨਹੀਂ ਹੈ, ਪੁੱਤਰਾਂ ਦਾ ਨਾਮ ਬਾਣੀ ਵਿੱਚ ਨਹੀਂ, ਤੇ ਕਿਹਦਾ ਨਾਂ ਅੰਕਿਤ ਕੀਤਾ? ਭਾਈ ਲਾਲੋ ਤਖਾਣ ਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ। ਉਹ ਭਾਈ ਲਾਲੋ ਜੀ ਜਿਨ੍ਹਾਂ ਦਾ ਨਾਮ ਸਤਿਗੁਰੂ ਮਹਾਰਾਜ ਜੀਆਂ ਨੇ ਬਾਣੀ ਅੰਦਰ ਅੰਕਿਤ ਕੀਤਾ, ਜਿਹੜੇ ਬਚਨ ਬਿਲਾਸ ਮਹਾਰਾਜ ਜੀਆਂ ਦੇ ਨਾਲ ਉਹਦੀ ਝੌਂਪੜੀ ਵਿੱਚ ਹੋਏ, ਉਹ ਅਗਲੇਰੇ ਪ੍ਰਸੰਗਾਂ ਵਿੱਚ ਸਾਧ ਸੰਗਤ ਜੀਓ ਸਰਵਣ ਕਰਾਂਗੇ। ਸੋ ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਧੰਨ ਗੁਰੂ ਨਾਨਕ